ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਿ ਨਾਮ। ਬਾਣੀ ਗੁਰੂ, ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ। ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਸ਼੍ਰੀ ਰਾਗ ਮਹੱਲਾ ਪਹਿਲਾ। ਅਮਲ ਗਲੋਲਾ ਕੂੜ ਕਾ, ਦਿੱਤਾ ਦੇਵਨ ਹਾਰ। ਮਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਨ ਚਾਰ। ਸੱਚ ਮਿਲਿਆ ਤਿਨ ਸੋਫੀਆਂ, ਰਾਖਣ ਕਾ ਦਰਬਾਰ। ਨਾਨਕ ਸਾਚੇ ਕਾ ਸੱਚ ਜਾਣ। ਜਿਤ ਸਿਵੈ ਸੁਖ ਪਾਈਐ, ਤੇਰੀ ਦਰਗਾਹ ਚੱਲੈ ਮਾਨ। ਰਹਾਉ ਸਚ ਸ਼ਰਾ ਗੁੜ ਬਾਹਰਾ, ਜਿਸ ਵਿੱਚ ਸੱਚਾ ਨਾਮ। ਸੁਣੈ ਵਖਾਣੈ ਜੇਤੜੇ, ਹਾਂ ਤਿਨ ਬਲਿਹਾਰੈ ਜਾਉ। ਤਾ ਮਨ ਖੀਵਾ ਜਾਣੀਐ, ਜਾਂ ਮਹਿਲੀ ਪਾਏ ਥਾਉ। ਨਾਉ ਨੀਰ ਚੰਗਿਆਈਆਂ, ਸਤ ਪਰਮਲ ਤਨ ਵਾਸ। ਤਾਂ ਮੁਖ ਹੋਵੇ ਉਜਲਾ, ਲਖ ਦਾਤੀ ਇਕ ਦਾਤ। ਦੁਖ ਤਿਸੈ ਪੈ ਆਖੀਐ,
सुख जिसहि पास सो क्यों मनो विसारिय जाके जी परान तिस विण सब अपवित्र है जेता पैनन खान होर गल्लां सब कूड़ियां तुद पावै परवान तिस विण सब अपवित्र है जेता पैनन खान होर गल्लां सब कूड़ियां तुद पावै परवान। वाहिगुरु जी का खालसा वाहिगुरु जी की फतेह। ये पावन शब्द जो जगत गुरु गुरु नानक साहब महाराज जी दे पवित्र मुख तो उचारण होया, श्री गुरु ग्रंथ साहिब पातशाह महाराज जी दे 15-16 अंग ते दर्ज है। इस दी विचार भाई हरविंदर सिंह जी लखनऊ आप जी नूं सरवण करवाउणगे। एक दिन दा उन्हां दा समा है साडे पास। प्रबंधक सेवादारां वल्लों भाई साहब जी का धन्नवाद। अमृत संचार हर ऐतवार 11 बजे हुंदा है। गुरु घर की सेवा दे विच गुरु के लंगरां वास्ते रसद, कड़ा प्रसाद की देग वास्ते देसी घ्यो, बाला साहब हॉस्पिटल वास्ते बैड तो लैके वेंटीलेटर तक कोई भी सेवा आप जी भेज सकते हो। इमारत की सेवा जथेदार बाबा बचन सिंह जी करवा रहे हैं। मीरी पीरी दिवस परसों 9 तरीक नूं है। इस महीने की संगरांद 16 तरीक नूं है। 8वें पातशाह गुरु हरकृष्ण साहब महाराज जी का प्रकाश गुरपुरब 22 तरीक नूं है। 20 तरीक रात दे विशेष कीर्तन समागम सरोवर के किनारे परिक्रमा विच होणगे। 20, 21 ते 22 तीनों ही दिन विशेष दीपमाला होएगी। बंगला साहब दे विच लाइटिंग की जाएगी। आप सारिਆਂ ਨੂੰ बेनती है आप जी सेवा करके हाजरियां भर के गुरु की बख्शिशां प्राप्त करनियां। अगले समय वास्ते गुरबाणी विचार सरवण करिए जी। वाहिगुरु जी का खालसा वाहिगुरु जी की फतेह। सतनाम वाहिगुरु साहिब जी। हे प्राणनाथ गोबिंद है कृपा निधान जगत गुरो। हे संसार ताप हरुण
ਕਰੁਣਾਮੈ ਸਭ ਦੁਖ ਹਰੋ। ਹੇ ਸ਼ਰਨ ਜੋਗ ਦਇਆਲ ਹੈ, ਦੀਨਾਨਾਥ ਮਇਆ ਕਰੋ। ਸ਼ਰੀਰ ਸੁਵਸਥ ਖੀਣ ਸਮੇ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ। ਜਿਉ ਬੋਲਾਵੈਂ ਤਿਉ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਰਮ ਸਨਮਾਨਯੋਗ ਪਤਿਤ ਪਾਵਨ ਕਿਰਪਾ ਨਿਧਾਨ, ਅਨਾਥਾਂ ਦੇ ਨਾਥ ਜੁਗੋ ਜੁਗ ਅਟਲ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੀ ਸਵਾਰੀ ਸਾਧ ਸੰਗਤ ਵਡਭਾਗੇ ਹੋ। ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਆਖਦੇ ਨੇ, ਹੇ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ, ਤੁਹਾਡੀ ਕਿਰਪਾ ਦੇ ਨਾਲ ਇਹ ਦੋਵੇਂ ਲੋਕ ਸੁਹੇਲੇ ਬਣਦੇ ਹਨ। ਜੇ ਤੁਹਾਡੀ ਮਿਹਰ ਦੀ ਨਜ਼ਰ ਇੱਕ ਤਿਣਕੇ ਤੇ ਪੈ ਜਾਏ ਨਾ, ਤਾਂ ਉਹ ਤਿਣਕਾ ਵੀ ਸੂਰਜ ਵਰਗੀ ਰੋਸ਼ਨੀ ਦੇਣੀ ਸ਼ੁਰੂ ਕਰ ਦਿੰਦਾ ਹੈ। ਉਹਨਾਂ ਦਾ ਸ਼ੇਰ ਹੈ, ਤੁਫੈਲਸ਼ ਦੋ ਆਲਮ ਖੁਦ ਕਾਮਯਾਬ, ਅਜ਼ੋ ਗਸ਼ਤਾ ਹਰ ਜ਼ਰਰਾ ਖੁਰਸ਼ੀਦ ਤਾਬ। ਖੁਰਸ਼ੀਦ ਕਹਿੰਦੇ ਨੇ ਸੂਰਜ ਵਰਗੀ ਚਮਕ। ਹੇ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ, ਤੁਹਾਡੀ ਮਿਹਰ ਦੇ ਨਾਲ ਤਾਂ ਤਿਣਕੇ ਵਿੱਚੋਂ ਵੀ ਸੂਰਜ ਵਰਗੀ ਤਾਬ ਪੈਦਾ ਹੋ ਜਾਂਦੀ ਹੈ, ਚਮਕ ਪੈਦਾ ਹੋ ਜਾਂਦੀ ਹੈ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਪਈ ਕਰਦੇ ਹੋ। ਆਓ ਗੁਰਮਤਿ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਸਾਰੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਪਾਵਨ ਪਵਿੱਤਰ ਅਸਥਾਨ 'ਤੇ ਚੱਲ ਰਹੀ ਲੜੀਵਾਰ ਕਥਾ 'ਚ ਵਿਚਾਰ ਅਧੀਨ ਪਾਵਨ ਪਵਿੱਤਰ ਬਚਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼੍ਰੀ ਰਾਗ ਦੇ ਅੰਦਰ ਪਵਿੱਤਰ ਅੰਗ 15 ਤੇ 16 ਤੇ ਸੁਭਾਈਮਾਨ ਹੈ। ਮੂਲ ਪਾਠ ਆਪ ਜੀ ਨੇ ਅਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਪਾਸੋਂ ਸਰਵਣ ਕੀਤਾ ਹੈ। ਸ਼ਬਦ ਦਾ ਰਾਹੋ ਦਾ ਪਦਾ ਹੈ, ਨਾਨਕ ਸਾਚੇ ਕਉ ਸਚ ਜਾਣ, ਜਿਤ ਸੇਵਿਐ ਸੁਖ ਪਾਈਐ, ਤੇਰੀ ਦਰਗਾਹ ਚੱਲੈ ਮਾਣ। ਹੇ ਨਾਨਕ, ਪਰਮਾਤਮਾ ਸਦੀ ਵੀ ਥਿਰ ਰਹਿਣ ਵਾਲਾ ਹੈ।
ਤੇ ਜਿਹੜਾ ਪਰਮਾਤਮਾ ਸਦੀ ਵੀ ਥਿਰ ਰਹਿਣ ਵਾਲਾ ਹੈ ਨਾ, ਉਸ ਪਰਮਾਤਮਾ ਦੇ ਨਾਲ ਅਸੀਂ ਸੱਚੀ ਸਾਂਝ ਬਣਾਈਏ। ਸਾਧ ਸੰਗਤ, ਮਨੁੱਖ ਸੰਸਾਰ ਵਿੱਚ ਆਇਆ ਹੈ ਪਰਮਾਤਮਾ ਦੇ ਨਾਲ ਸੱਚੀ ਸਾਂਝ ਬਣਾਉਣ ਵਾਸਤੇ। ਹਵਾਏ ਬੰਦਗੀ ਆਵਰਦ ਦਰ ਵਜੂਦ ਮਰਾ, ਵਗਰਨੈ ਜ਼ੋਕ ਚੋਨੀ ਆਮਦਨ ਨਬੂਦ ਮਰਾ। ਭਾਈ ਨੰਦ ਲਾਲ ਸਾਹਿਬ ਕਹਿੰਦੇ, ਬੰਦਗੀ ਦੀ ਇੱਛਾ ਲੈ ਕਰਕੇ ਮੈਂ ਸੰਸਾਰ ਵਿੱਚ ਆਇਆ, ਇਹ ਸਰੀਰ ਧਾਰਨ ਕੀਤਾ। ਪਰ ਜੇ ਸਰੀਰ ਧਾਰਨ ਕਰਨ ਤੋਂ ਬਾਅਦ ਪਰਮਾਤਮਾ ਨਾਲ ਸਾਂਝ ਨਾ ਬਣੀ ਤੇ ਫਿਰ ਸਰੀਰ ਧਾਰਨ ਕਰਨ ਦਾ ਕੋਈ ਲਾਭ ਨਹੀਂ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਬਚਨ ਅਸੀਂ ਪੜ੍ਹਦੇ ਹਾਂ। ਸਤਿਗੁਰੂ ਜੀ ਨੇ ਆਖ ਦਿੱਤਾ, ਨੇਹ ਫਲੰਗ ਤੱਸਿਆ ਜਨਮੱਸਿਆ, ਜਾਵਦ ਬ੍ਰਹਮ ਨਾ ਬਿੰਦਤੇ। ਕਹਿੰਦੇ ਜਦੋਂ ਤੱਕ ਪਰਮਾਤਮਾ ਨਾਲ ਸੱਚੀ ਸਾਂਝ ਨਹੀਂ ਬਣਦੀ ਨਾ, ਤਾਂ ਤੱਕ ਇਹ ਜਨਮ ਵਿਅਰਥ ਹੈ। ਉਸ ਮਨੁੱਖ ਦਾ ਜਨਮ ਵਿਅਰਥ ਹੈ ਜਿਸ ਦੀ ਪਰਮਾਤਮਾ ਨਾਲ ਸੱਚੀ ਸਾਂਝ ਨਹੀਂ ਜੇ ਬਣੀ। ਨੇਹ ਫਲੰਗ ਤੱਸਿਆ ਜਨਮੱਸਿਆ, ਜਾਵਦ ਬ੍ਰਹਮ ਨਾ ਬਿੰਦਤੇ। ਸਾਗਰੰ ਸੰਸਾਰस्य ਗੁਰ ਪ੍ਰਸਾਦੀ ਤਰਹਿ ਕੇ, ਕਰਨ ਕਾਰਨ ਸਮਰੱਥ ਹੈ ਕਹੁ ਨਾਨਕ ਵਿਚਾਰ। ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ। ਜਿਸ ਪਰਮਾਤਮਾ ਨੇ ਆਪਣੀ ਸੱਤਾ ਇਸ ਸੰਸਾਰ ਦੇ ਅੰਦਰ ਟਿਕਾਈ ਹੋਈ ਹੈ ਨਾ, ਉਸ ਦੇ ਗੁਣਾਂ ਦੀ ਵਿਚਾਰ ਕਰੀਏ ਤੇ ਫਿਰ ਸੱਚੀ ਸਾਂਝ ਬਣ ਸਕਦੀ ਹੈ। ਗੁਰੂ ਪਿਆਰਿਓ, ਪਰਮਾਤਮਾ ਦੇ ਗੁਣਾਂ ਦੀ ਜਿਹੜੀ ਵਿਚਾਰ ਹੈ ਇਹ ਹੁੰਦੀ ਹੈ ਗੁਰੂ ਦੀ ਸੰਗਤ ਵਿੱਚ, ਗੁਰੂ ਦੇ ਦਰ 'ਤੇ। ਇਸ ਕਰਕੇ ਗੁਰੂ ਦੀ ਸੰਗਤ ਵਿੱਚ ਬੈਠ ਕਰਕੇ ਅਸੀਂ ਗੁਣਾਂ ਦੀ ਵਿਚਾਰ ਕਰਾਂਗੇ ਤਾਂ ਫਿਰ ਸਾਡੀ ਸੱਚੀ ਸਾਂਝ ਜਿਹੜੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਬਣ ਸਕਦੀ ਹੈ। ਸਾਧ ਸੰਗਤ, ਗੁਰੂ ਦਾ ਦਰ ਇੱਕ ਐਸਾ ਦਰ ਹੈ ਜਿੱਥੇ ਗੁਣਾਂ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਇਸ ਗੱਲ ਦਾ ਖੁਲਾਸਾ ਕਰ ਦਿੱਤਾ। ਪਾਤਸ਼ਾਹ ਕਹਿੰਦੇ, ਸਜਣਾ ਜੇ ਤੂੰ ਆਪਣੇ ਅੰਦਰ ਗੁਣ ਪੈਦਾ ਕਰਨੇ ਚਾਹੁੰਦਾ ਹੈ, ਜੇ ਤੂੰ ਚਾਹੁੰਦਾ ਹੈ ਕਿ ਮੇਰੀ ਸੱਚੀ ਸਾਂਝ ਜਿਹੜੀ ਹੈ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਬਣ ਜਾਵੇ ਨਾ, ਤਾਂ ਫਿਰ ਤੈਨੂੰ ਗੁਰੂ ਦੀ ਸੰਗਤ ਵਿੱਚ ਆ ਕਰਕੇ ਗੁਰਮੁਖਾਂ ਦੇ ਨਾਲ ਮਿਲਣਾ ਪਏਗਾ, ਗੁਰਮੁਖਾਂ ਦੇ ਨਾਲ ਬੈਠਣਾ ਪਏਗਾ। ਜਦੋਂ ਗੁਰਮੁਖਾਂ ਕੋਲ ਬੈਠੇਗਾ, ਉਹਨਾਂ ਦੇ ਗੁਣ ਲਏਗਾ ਤੇ ਆਪਣੇ ਅਵਗੁਣ ਛੱਡ ਦੇਂਗਾ, ਫਿਰ ਸੱਚੀ ਸਾਂਝ ਬਣ ਜਾਏਗੀ। ਸਤਿਗੁਰੂ ਦਾ ਬਚਨ ਹੈ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ। ਵਾਸਲਾ ਕਹਿੰਦੇ ਨੇ ਖੁਸ਼ਬੂਦਾਰ ਚੀਜ਼ਾਂ ਦਾ ਡੱਬਾ। ਕਹਿੰਦੇ ਜੇ ਕਿਸੇ ਮਨੁੱਖ ਦੇ ਕੋਲ ਖੁਸ਼ਬੂਦਾਰ ਚੀਜ਼ਾਂ ਦਾ ਡੱਬਾ ਹੋਵੇ ਨਾ, ਤਾਂ ਫਿਰ ਉਸ ਨੂੰ ਡੱਬਾ ਖੋਲ੍ਹ ਕਰਕੇ ਸੁਗੰਧੀ ਲੈਣੀ ਚਾਹੀਦੀ ਹੈ, ਖੁਸ਼ਬੂ ਲੈਣੀ ਚਾਹੀਦੀ ਹੈ। ਹੁਣ ਡੱਬਾ ਬੰਦ ਰਹੇਗਾ ਤੇ ਖੁਸ਼ਬੂ ਨਹੀਂ ਜੇ ਆ ਸਕਦੀ। ਅਸੀਂ ਪਰਫਿਊਮ ਲਗਾਉਂਦੇ ਹਾਂ, ਜਦੋਂ ਤੱਕ ਸ਼ੀਸ਼ੇ ਦੇ ਅੰਦਰ ਹੈ ਤਾਂ ਤੱਕ ਉਹ ਖੁਸ਼ਬੂ ਨਹੀਂ ਦੇ ਸਕਦਾ, ਪਰ ਜਦੋਂ ਅਸੀਂ ਬਾਹਰ ਛਿੜਕ ਦਿੰਦੇ ਹਾਂ ਫਿਰ ਖੁਸ਼ਬੂ ਫੈਲ ਜਾਂਦੀ ਹੈ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿੰਦੇ, ਸਜਣਾ ਤੂੰ ਗੁਰਮੁਖਾਂ ਦੇ ਕੋਲ ਆਇਆ ਤੇ ਉਹਨਾਂ ਦੇ ਨਾਲ ਗੁਣਾਂ ਦੀ ਵਿਚਾਰ ਕਰ। ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ। ਜੇ ਤੂੰ ਚਾਹੁੰਦਾ ਹੈ ਕਿ ਮੇਰੇ ਅੰਦਰ ਗੁਣ ਪੈਦਾ ਹੋ ਜਾਣ ਤਾਂ ਫਿਰ ਗੁਣਾਂ ਦੀ ਸਾਂਝ ਕਰ, ਗੁਰਮੁਖਾਂ ਦੇ ਕੋਲ ਬੈਠ। ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚਲੀਐ। ਕਹਿੰਦੇ ਉਹਨਾਂ ਦੇ ਕੋਲ ਬੈਠ ਕਰਕੇ ਅਵਗੁਣ ਗ੍ਰਹਿਣ ਕਰ, ਗੁਣ ਗ੍ਰਹਿਣ ਕਰ ਤੇ ਅਵਗੁਣ ਤਿਆਗ। ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਏ। ਕਹਿੰਦੇ ਜਦੋਂ ਗੁਰਮੁਖਾਂ ਦੇ ਕੋਲ ਬੈਠ ਕੇ ਗੁਣ ਗ੍ਰਹਿਣ ਕਰ ਲਏਗਾ ਤੇ ਅਵਗੁਣ ਛੱਡ ਦੇਂਗਾ, ਫਿਰ ਤੇਰੇ ਅੰਦਰ ਪ੍ਰੇਮ ਦਾ ਇਹ ਪਿਆਲਾ ਜਿਹੜਾ ਹੈ
ਇਹ ਪ੍ਰੇਮ ਦਾ ਸ਼ਿੰਗਾਰ ਕਰਨ ਦੇ ਨਾਲ ਤੂੰ ਫਿਰ ਇਹ ਜਿਹੜਾ ਮੱਲ ਹੈ ਨਾ ਅਖਾੜਾ, ਇਸ ਵਿੱਚ ਕੁਸ਼ਤੀ ਜਿੱਤ ਜਾਏਗਾ ਵਿਕਾਰਾਂ ਦੇ ਟਾਕਰੇ ਤੇ। ਸਾਧ ਸੰਗਤ, ਇੱਕੋ ਇੱਕ ਦਰ ਐਸਾ ਹੈ ਜਿੱਥੇ ਗੁਣਾਂ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ, ਉਹ ਹੈ ਗੁਰੂ ਦਾ ਦਰ, ਗੁਰੂ ਦੀ ਸੰਗਤ। ਇੱਥੇ ਆ ਕਰ ਕੇ ਬੰਦੇ ਦੇ ਜੀਵਨ ਦੇ ਅੰਦਰ ਤਬਦੀਲੀ ਆਉਂਦੀ ਹੈ। ਬੰਦਾ ਆਪਣੇ ਅਵਗੁਣਾਂ ਨੂੰ ਤਿਆਗਦਾ ਹੈ ਤੇ ਗੁਣ ਗ੍ਰਹਿਣ ਕਰ ਲੈਂਦਾ ਹੈ। ਸਾਧ ਸੰਗਤ, ਬੰਦੇ ਦਾ ਇੱਕ ਸੁਭਾਵ ਹੈ, ਬੰਦਾ ਆਪਣੇ ਆਪ ਨੂੰ ਚੰਗਾ ਆਖਦਾ ਹੈ ਤੇ ਦੂਜੇ ਨੂੰ ਮਾੜਾ ਆਖਦਾ ਹੈ, ਆਪਣੇ ਗੁਣਾਂ ਦਾ ਪ੍ਰਚਾਰ ਕਰਦਾ ਹੈ ਤੇ ਦੂਜੇ ਦੇ ਅਵਗੁਣਾਂ ਦਾ ਪ੍ਰਚਾਰ ਕਰਦਾ ਹੈ, ਆਪਣੇ ਅਵਗੁਣਾਂ ਨੂੰ ਲੁਕੋ ਕਰਕੇ ਰੱਖਦਾ ਹੈ ਤੇ ਦੂਜਿਆਂ ਦੇ ਅਵਗੁਣਾਂ ਨੂੰ ਦੱਸਦਾ ਫਿਰਦਾ ਹੈ। ਆਪਣੇ ਆਪ ਨੂੰ ਚੰਗਾ ਆਖੇਗਾ ਤੇ ਦੂਜੇ ਨੂੰ ਮਾੜਾ ਆਖੇਗਾ। ਪਰ ਸਤਿਗੁਰੂ ਦੀ ਬਾਣੀ ਦਾ ਅਟਲ ਫੈਸਲਾ ਹੈ, ਜਿਹੜਾ ਬੰਦਾ ਆਪਣੇ ਆਪ ਨੂੰ ਹਰ ਵੇਲੇ ਚੰਗਾ ਚੰਗਾ ਆਖਦਾ ਹੈ, ਉਹ ਕਦੇ ਚੰਗਾ ਨਹੀਂ ਜੀ ਬਣ ਸਕਦਾ। ਪਾਤਸ਼ਾਹ ਸੁਖਮਨੀ ਸਾਹਿਬ ਦੇ ਅੰਦਰ ਕਿਰਪਾ ਕਰਦੇ ਨੇ, ਆਪਸ ਕੋ ਜੋ ਭਲਾ ਕਹਾਵੇ ਤਿਸੈ ਭਲਾਈ ਨਿਕਟ ਨਾ ਆਵੇ, ਆਪਸ ਕੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ। ਜਿਹੜਾ ਹਰ ਵੇਲੇ ਆਪਣੇ ਆਪ ਨੂੰ ਚੰਗਾ ਚੰਗਾ ਆਖਦਾ ਹੈ, ਉਹ ਚੰਗਾ ਨਹੀਂ ਜੇ ਬਣ ਸਕਦਾ। ਗੁਰੂ ਦੀ ਸੰਗਤ ਵਿੱਚ ਆ ਕਰਕੇ ਜਦੋਂ ਬੰਦਾ ਸੁਣਦਾ ਹੈ ਨਾ ਤੇ ਅਮਲ ਕਰਦਾ ਹੈ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਨੜੈ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। ਲਤੀਫ ਕਹਿੰਦੇ ਨੇ ਬਰੀਕ। ਹੇ ਫਰੀਦਾ, ਜੇ ਤੂੰ ਇਹ ਸਮਝਦਾ ਹੈ ਕਿ ਮੇਰੀ ਅਕਲ ਬੜੀ ਬਰੀਕ ਹੈ, ਮੈਂ ਬਹੁਤ ਸਮਝਦਾਰ ਹਾਂ, ਬਹੁਤ ਸਿਆਣਾ ਹਾਂ, ਤੇ ਫਿਰ ਇੱਕ ਕੰਮ ਕਰਨਾ ਸ਼ੁਰੂ ਕਰ। ਉਹ ਕੰਮ ਕੀ ਹੈ? ਦੂਜੇ ਦੇ ਅਵਗੁਣ ਨਾ ਚਿਤਾਰ, ਦੂਜੇ ਦੀਆਂ ਗਲਤੀਆਂ ਨਾ ਕੱਢ, ਦੂਜੇ ਦੇ ਅਵਗੁਣਾਂ ਵੱਲ ਨਾ ਤੱਕ। ਕਿਉਂਕਿ ਬੰਦੇ ਦੀ ਆਦਤ ਹੈ, ਇਹ ਦੂਜੇ ਦੇ ਅਵਗੁਣਾਂ ਨੂੰ ਤੱਕਦਾ ਹੈ, ਦੂਜੇ ਦੀਆਂ ਗਲਤੀਆਂ ਕੱਢਦਾ ਹੈ। ਬਾਬਾ ਸ਼ੇਖ ਫਰੀਦ ਜੀ ਕਹਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਨੜੈ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। ਦੂਜੇ ਦੇ ਅਵਗੁਣ ਦੇਖਣ ਦੀ ਬਜਾਏ ਤੂੰ ਆਪਣੇ ਅੰਦਰ ਨਜ਼ਰ ਮਾਰ ਕਰਕੇ ਵੇਖ, ਆਪਣੇ ਅੰਦਰ ਝਾਤੀ ਮਾਰ, ਤੂੰ ਕਿਹੜੀਆਂ ਗਲਤੀਆਂ ਕਰਦਾ ਪਿਆ ਹੈ। ਬੇਨਤੀ ਕਰਦੇ ਵਾਂ, ਜਦੋਂ ਬੰਦਾ ਗੁਰੂ ਦੀ ਸੰਗਤ ਵਿੱਚ ਆ ਜਾਏ, ਸੱਚਮੁੱਚ ਸਰੀਰ ਕਰਕੇ ਨਹੀਂ, ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਗੁਰੂ ਦੀ ਸੰਗਤ ਨੂੰ ਗ੍ਰਹਿਣ ਕਰ ਲਏ ਨਾ, ਫਿਰ ਤਬਦੀਲੀ ਆ ਜਾਂਦੀ ਹੈ ਜੀਵਨ ਦੇ ਅੰਦਰ। ਫਿਰ ਇਹ ਕਹਿਣਾ ਸ਼ੁਰੂ ਕਰ ਦਿੰਦਾ, ਜਿੱਥੇ ਪਹਿਲਾਂ ਦੂਜੇ ਦੇ ਅਵਗੁਣ ਕੱਢਦਾ ਸੀ ਨਾ, ਦੂਜੇ ਦੀਆਂ ਗਲਤੀਆਂ ਦੇਖਦਾ ਸੀ, ਹੁਣ ਆਪਣੀਆਂ ਗਲਤੀਆਂ ਦੇਖਣੀਆਂ ਸ਼ੁਰੂ ਕਰ ਦਿੰਦਾ। ਤੇ ਫਿਰ ਅਰਦਾਸ ਕਰਦਾ ਸੱਚੇ ਪਾਤਸ਼ਾਹ ਦੇ ਸਨਮੁਖ ਹੋ ਕਰਕੇ, ਸੱਚੇ ਪਾਤਸ਼ਾਹ ਮੈਂ ਤਾਂ ਦੂਜਿਆਂ ਦੀਆਂ ਗਲਤੀਆਂ ਕੱਢਦਾ ਸੀ, ਪਰ ਜਦੋਂ ਮੈਂ ਆਪਣੇ ਅੰਦਰ ਨਜ਼ਰ ਮਾਰੀ ਹੈ ਨਾ, ਮੈਨੂੰ ਤਾਂ ਇੰਜ ਲੱਗਦਾ ਹੈ ਸਾਰੇ ਅਵਗੁਣ ਮੇਰੇ ਅੰਦਰ ਨੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਜਦੋਂ ਗੁਰੂ ਦੇ ਦਰ ਤੇ ਆ ਕਰਕੇ ਜੀਵਨ ਦੇ ਅੰਦਰ ਤਬਦੀਲੀ ਆਉਂਦੀ ਹੈ, ਫਿਰ ਇਹ ਸਮਝ ਜਾਂਦਾ ਹੈ ਤੇ ਕਹਿਣਾ ਸ਼ੁਰੂ ਕਰ ਦਿੰਦਾ, ਸੱਚੇ ਪਾਤਸ਼ਾਹ ਅਸੀਂ ਖਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹੋ ਪਾਪੀ ਵਡ ਗੁਨਾਹਗਾਰ। ਫਿਰ ਇਹ ਕਹਿਣਾ ਸ਼ੁਰੂ ਕਰ ਦਿੰਦਾ ਹੈ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਇਹ ਸਤ ਸੰਗਤ ਵਿੱਚ ਆ ਕਰਕੇ ਤਬਦੀਲੀ ਆਉਂਦੀ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੂੰ ਕਿਸੇ ਨੇ ਪੁੱਛ ਲਿਆ, ਭਾਈ ਸਾਹਿਬ ਤੁਸੀਂ ਕਦੇ ਕਿਸੇ ਦੇ ਅਵਗੁਣ ਨਹੀਂ ਦੇਖਦੇ ਹੋ, ਜਦੋਂ ਵੀ ਅਵਗੁਣਾਂ ਦੀ ਗੱਲ ਚੱਲਦੀ ਹੈ ਤੁਸੀਂ ਆਪਣੀ ਗੱਲ ਕਰਦੇ ਹੋ। ਕਿੰਨੇ ਵੱਡੇ ਵਿਦਵਾਨ, ਕਿੰਨੀ ਵੱਡੀ ਹਸਤੀ, ਕਿੰਨੀ ਉੱਚੀ ਅਵਸਥਾ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ,
ਲਿਖਾਈ ਜਦੋਂ ਲਿਖਾਰੀ ਲੱਭਿਆ ਤੇ ਨਜ਼ਰ ਜਿਹੜੀ ਹੈ ਭਾਈ ਗੁਰਦਾਸ ਜੀ ਦੇ ਉੱਤੇ ਜਾ ਕਰਕੇ ਟਿਕੀ ਹੈ। ਐਡੇ ਵੱਡੇ ਵਿਦਵਾਨ, ਉੱਚੀ ਅਵਸਥਾ ਵਾਲੇ, ਜਦੋਂ ਪੁੱਛਿਆ ਭਾਈ ਸਾਹਿਬ ਜੀ ਤੁਸੀਂ ਕਦੇ ਦੂਜੇ ਦੇ ਅਵਗੁਣ ਨਹੀਂ ਦੇਖਦੇ ਹੋ, ਜਦੋਂ ਵੀ ਅਵਗੁਣਾਂ ਦੀ ਗੱਲ ਚੱਲਦੀ ਹੈ ਫਿਰ ਆਪਣੇ ਅਵਗੁਣਾਂ ਦੀ ਗੱਲ ਕਰਦੇ ਹੋ? ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਗੁਰੂ ਦੀ ਸੰਗਤ ਵਿੱਚ ਰਹਿ ਕਰਕੇ ਜੀਵਨ ਅਵਸਥਾ ਐਸੀ ਬਣ ਗਈ ਕਿ ਮੈਂ ਦੂਜੇ ਦੇ ਅਵਗੁਣ ਦੇਖ ਹੀ ਨਹੀਂ ਪਾਉਂਦਾ, ਮੈਂ ਆਪਣੇ ਅਵਗੁਣਾਂ ਨੂੰ ਵੇਖਦਾ ਔਰ ਅਰਦਾਸ ਕਰਦਾ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ, ਮੇਰੇ ਅਵਗੁਣ ਲੈ ਤੇ ਆਪਣੇ ਗੁਣ ਦੇ। ਇੱਕ ਬੇਨਤੀ ਕਰਦੇ ਵਾਂ, ਸਤਿਗੁਰੂ ਐਸਾ ਸ਼ਾਹੂ ਹੈ ਜਿਹਦੇ ਕੋਲ ਗੁਣ ਨੇ ਤੇ ਇਹ ਗੁਣ ਵੇਚਦਾ ਹੈ ਤੇ ਅਵਗੁਣ ਲੈ ਲੈਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਸਤਿਗੁਰ ਸ਼ਾਹ ਗੁਣ ਵੇਚ ਅਵਗੁਣ ਲੇਤ ਹੈ, ਸੁਨ ਸੁਨ ਸੁਜਸ ਜਗਤ ਉਠ ਧਾਵੈ ਜੀ। ਐਸਾ ਸ਼ਾਹੂਕਾਰ ਕੇਵਲ ਦੁਨੀਆ ਦੇ ਅੰਦਰ ਇੱਕੋ ਹੀ ਹੈ, ਉਹ ਹੈ ਸਤਿਗੁਰੂ, ਜਿਹੜਾ ਗੁਣਾਂ ਨੂੰ ਵੇਚਦਾ ਹੈ ਤੇ ਅਵਗੁਣ ਆਪਣੇ ਕੋਲ ਲੈ ਕਰਕੇ ਰੱਖ ਲੈਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਕਹਿਣ ਲੱਗੇ ਕਿ ਮੈਂ ਗੁਰੂ ਦੇ ਦਰ ਤੇ ਆ ਕਰਕੇ ਅਰਦਾਸ ਕਰਦਾ ਹਾਂ ਸੱਚੇ ਪਾਤਸ਼ਾਹ, ਮੈਂ ਅਵਗੁਣਾਂ ਦੇ ਨਾਲ ਨੱਕੋ ਨੱਕ ਭਰਿਆ ਹੋਇਆ ਹਾਂ, ਗੁਣ ਮੇਰੇ ਅੰਦਰ ਕੋਈ ਨਹੀਂ, ਨਾ ਮੇਰੀ ਪ੍ਰੀਤ ਤੇਰੇ ਨਾਲ ਜੁੜੀ ਹੈ, ਨਾ ਮੇਰੇ ਅੰਦਰ ਤੇਰਾ ਕੋਈ ਗਿਆਨ ਹੈ, ਨਾ ਹੀ ਮੇਰੇ ਅੰਦਰ ਤੇਰਾ ਡਰ, ਨਾ ਹੀ ਅਦਬ ਤੇ ਨਾ ਹੀ ਸਤਕਾਰ। ਤੂੰ ਕਿਰਪਾ ਕਰ ਇਹਨਾਂ ਅਵਗੁਣਾਂ ਨੂੰ ਲੈ ਤੇ ਗੁਣ ਜਿਹੜੇ ਨੇ ਉਹ ਮੈਨੂੰ ਬਖਸ਼। ਉਹਨਾਂ ਦਾ ਬੜਾ ਪਿਆਰਾ ਕਵਿਤ ਹੈ, ਜੇ ਕਿਤੇ ਅਸੀਂ ਵੀ ਸੱਚੀ ਮੁੱਚੀ ਅਰਦਾਸ ਕਰਨ ਲੱਗੀਏ ਨਾ ਇਹੋ ਜੀ ਸਤਿਗੁਰੂ ਦੇ ਦਰ ਤੇ ਆ ਕਰਕੇ, ਫਿਰ ਗੁਣਾਂ ਦੀ ਸਾਂਝ ਬਣ ਸਕਦੀ ਹੈ। ਭਾਈ ਸਾਹਿਬ ਕਹਿੰਦੇ ਨੇ ਰੂਪਹੀਨ ਕੁਲਹੀਨ ਗੁਣਹੀਨ ਗਿਆਨਹੀਨ ਸ਼ੋਭਾਹੀਨ ਭਾਗਹੀਨ ਤਪਹੀਨ ਬਾਵਰੀ। ਹੇ ਸੱਚੇ ਪਾਤਸ਼ਾਹ ਮੇਰੇ ਅੰਦਰ ਕੋਈ ਚੰਗਾ ਗੁਣ ਨਹੀਂ, ਮੇਰਾ ਰੂਪ ਵੀ ਚੰਗਾ ਨਹੀਂ, ਭਾਗ ਚੰਗੇ ਨਹੀਂ, ਮੈਂ ਗੁਣਹੀਨ ਹਾਂ, ਤਪਹੀਨ, ਗੁਰੂ ਦੀ ਸੇਵਾ ਰੂਪੀ ਤਪ ਮੈਂ ਕਦੇ ਨਹੀਂ ਕਰਦਾ। ਫਿਰ ਅਗਲੀ ਗੱਲ ਕੀਤੀ ਦ੍ਰਿਸ਼ਟ ਦਰਸਹੀਨ, ਮੈਂ ਤੇਰੀ ਕਿਰਪਾ ਦਾ ਪਾਤਰ ਵੀ ਨਹੀਂ ਬਣ ਸਕਿਆ। ਕਿਰਪਾ ਤਾਂ ਤੂੰ ਕਰਦਾ ਹੈ ਪਰ ਮੇਰਾ ਹਿਰਦਾ ਰੂਪੀ ਭਾਂਡਾ ਜਿਹੜਾ ਨਾ ਇਹ ਮੁੱਦਾ ਪਿਆ ਹੈ, ਤੂੰ ਕਿਰਪਾ ਦੀ ਵਰਖਾ ਕਰਦਾ ਪਿਆ ਹੈ, ਪਰ ਇਸ ਹਿਰਦੇ ਰੂਪੀ ਭਾਂਡੇ ਦੇ ਅੰਦਰ ਜਿਹੜਾ ਮੁੱਦਾ ਹੈ ਨਾ ਇਸ ਦੇ ਅੰਦਰ ਇੱਕ ਬੂੰਦ ਵੀ ਜਾਂਦੀ ਨਹੀਂ। ਕਹਿਣ ਲੱਗੇ ਦ੍ਰਿਸ਼ਟ ਦਰਸਹੀਨ ਸ਼ਬਦ ਸੁਰਤਹੀਨ। ਫਿਰ ਅਗਲੀ ਗੱਲ ਕੀਤੀ ਉਹਨਾਂ ਬਲ ਬੁੱਧਹੀਨ ਸੋਧੇ ਹਸਤ ਨਾ ਪਾਵਰੀ। ਕਹਿਣ ਲੱਗੇ ਮੇਰੇ ਹੱਥ ਪੈਰ ਵੀ ਪਵਿੱਤਰ ਨਹੀਂ, ਸੁੱਧੇ ਨਹੀਂ, ਇਹ ਵੀ ਅਪਾਹਿਜ ਹੋਏ ਪਏ ਨੇ ਤੇਰੀ ਸੇਵਾ ਤੋਂ ਬਗੈਰ। ਫਿਰ ਕਹਿੰਦੇ ਪ੍ਰੀਤਹੀਨ ਰੀਤਹੀਨ ਭਾਏ ਪੈ ਪ੍ਰਤੀਤਹੀਨ ਚਿੱਤਹੀਨ ਬਿੱਤਹੀਨ ਸਹਿਜ ਸੁਭਾਇਰੀ। ਹੇ ਸੱਚੇ ਪਾਤਸ਼ਾਹ ਤੇਰੀ ਕੋਈ ਪ੍ਰੀਤ ਜਿਹੜੀ ਹੈ ਮੇਰੇ ਅੰਦਰ ਨਹੀਂ, ਤੇ ਨਾ ਹੀ ਮੇਰੇ ਅੰਦਰ ਨਾਮ ਧਨ, ਤੇ ਨਾ ਹੀ ਆਤਮਕ ਅਡੋਲਤਾ। ਅੰਗ ਅੰਗਹੀਨ ਦੀਨਾ ਧੀਨ ਪ੍ਰਾਚੀਨ ਲਗ ਚਰਨ ਚਰਨ ਕੈਸੇ ਪ੍ਰਾਪਤ ਹੋਏ ਰਾਵਰੀ। ਹੇ ਸੱਚੇ ਪਾਤਸ਼ਾਹ ਹਰ ਪੱਖੋਂ ਮੈਂ ਅਸਮਰਥ ਹਾਂ, ਕੋਈ ਗੁਣ ਮੇਰੇ ਅੰਦਰ ਨਹੀਂ, ਤੂੰ ਕਿਰਪਾ ਕਰ ਮੇਰੇ ਅੰਦਰ ਗੁਣ ਪੈਦਾ ਕਰ, ਇਹਨਾਂ ਅਵਗੁਣਾਂ ਨੂੰ ਲੈ ਤਾਂ ਕਰਕੇ ਮੈਂ ਤੇਰੀ ਚਰਨ ਸ਼ਰਨ ਪ੍ਰਾਪਤ ਕਰ ਸਕਾਂ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਨੂੰ ਸਮਝਾਉਂਦੇ ਨੇ ਨਾਨਕ ਸਾਚੇ ਕਉ ਸਚ ਜਾਣ। ਹੇ ਨਾਨਕ ਜਿਹੜਾ ਪਰਮਾਤਮਾ ਸਦੀ ਵੀ ਰਹਿਣ ਵਾਲਾ ਹੈ ਉਸ ਪਰਮਾਤਮਾ ਨਾਲ, ਸੱਚੇ ਪਰਮਾਤਮਾ ਨਾਲ ਸੱਚੀ ਪ੍ਰੀਤ ਅਸੀਂ ਬਣਾਈਏ। ਇੱਕ ਬੇਨਤੀ ਕਰਕੇ ਅੱਗੇ ਤੁਰਾਂਗਾ। ਜਿਹੜੀ ਸੱਚੀ ਪ੍ਰੀਤ ਹੈ ਨਾ, ਸੱਚੀ ਸਾਂਝ, ਇਹ ਕਿਸੇ ਜਪ ਦੇ ਨਾਲ, ਕਿਸੇ ਤਪ ਦੇ ਨਾਲ, ਕਿਸੇ ਜੋਗ ਦੇ ਨਾਲ, ਕਿਸੇ ਦਾਨ ਪੁੰਨ ਦੇ ਨਾਲ ਨਹੀਂ ਜੇ ਬਣ ਸਕਦੀ। ਗੁਰਬਾਣੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਭਾਵੇਂ ਜੋਗ ਸਾਧਨਾ ਕਰ ਲਈਏ, ਭਾਵੇਂ ਜਗ ਕਰ ਲਈਏ, ਭਾਵੇਂ ਦਾਨ ਪੁੰਨ ਕਰ ਲਈਏ, ਤਪ ਕਰ ਲਈਏ,
ਇਹ ਸੱਚੀ ਸਾਂਝ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਜੇ ਬਣ ਸਕਦੀ। ਫਿਰ ਬਣੇ ਕਿਵੇਂ? ਜਿਹੜਾ ਪਰਮਾਤਮਾ ਸਦੀ ਵੀ ਰਹਿਣ ਵਾਲਾ ਹੈ, ਜਿਹੜਾ ਪਰਮਾਤਮਾ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਪਰ ਫਿਰ ਸਾਰਿਆਂ ਤੋਂ ਵੱਖਰਾ ਹੈ, ਉਸ ਪਰਮਾਤਮਾ ਦਾ ਸਿਮਰਨ ਕਰੀਏ ਤਾਂ ਫਿਰ ਸੱਚੀ ਸਾਂਝ ਬਣ ਸਕਦੀ ਹੈ। ਭਗਤ ਜੈਦੇਵ ਜੀ ਨੇ ਇਹ ਗੱਲ ਸਪਸ਼ਟ ਕਰ ਦਿੱਤੀ। ਉਹ ਕਹਿੰਦੇ ਨੇ, ਪਰਮਾਦ ਪੁਰਖ ਮਨੋ ਪਿਮੰਗ ਸਤ ਆਦ ਭਾਵ ਰਤੰ ਪਰਮਦ ਭੁਤੰ ਪ੍ਰਕਿਰਤ ਕਰੰ ਜਦ ਚਿੰਤ ਸਰਬ ਗਤੰ। ਕਹਿੰਦੇ ਪਰਮਾਤਮਾ ਸਭ ਤੋਂ ਉੱਚਾ ਹੈ, ਸਰਵ ਵਿਆਪਕ ਹੈ, ਉਹ ਹਰੇਕ ਥਾਂ ਤੱਕ ਉਸ ਦੀ ਪਹੁੰਚ ਹੈ। ਫਿਰ ਸਾਡੀ ਸੋਚ ਮੰਡਲ ਦੇ ਅੰਦਰ ਪਰਮਾਤਮਾ ਨਹੀਂ ਆ ਸਕਦਾ। ਫਿਰ ਕੀ ਕਰੀਏ? ਕੇਵਲ ਰਾਮ ਨਾਮ ਮਨੋਰਮੰ, ਐਸੇ ਪਰਮਾਤਮਾ ਦਾ ਨਾਮ ਜਪੀਏ ਜਿਹੜਾ ਮਨ ਨੂੰ ਮੋਹਣ ਵਾਲਾ ਹੈ। ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ ਨਾ ਦਨੇਤ ਜਸ ਮਰਣੇਣ। ਫਿਰ ਕੀ ਕਰਦਾ ਹੈ ਉਸ ਦਾ ਸਿਮਰਨ? ਜਨਮ ਜਰਾਦ ਮਰਨ ਭਯੰ। ਪਰਮਾਤਮਾ ਦਾ ਜਿਹੜਾ ਸਿਮਰਨ ਹੈ ਨਾ, ਇਹ ਜਨਮ ਮਰਨ ਦੇ ਦੁੱਖ ਤੋਂ ਦੂਰ ਕਰ ਦਿੰਦਾ ਹੈ। ਬੁਢੇਪੇ ਦਾ ਡਰ ਮਨੁੱਖ ਦੂਰ ਕਰ ਲੈਂਦਾ ਹੈ ਜਦੋਂ ਪਰਮਾਤਮਾ ਦਾ ਸਿਮਰਨ ਕਰਦਾ ਹੈ। ਬੁਢੇਪੇ ਦਾ ਡਰ ਨਹੀਂ, ਤੇ ਨਾ ਹੀ ਸਿਮਰਨ ਕਰਨ ਵਾਲੇ ਨੂੰ ਬੁਢੇਪਾ ਆਉਂਦਾ ਹੈ। ਕਿਤੇ ਸਾਡੇ ਮਨ ਵਿੱਚ ਖਿਆਲ ਪੈਦਾ ਨਾ ਹੋ ਜਾਵੇ ਕਿ ਜਿਹੜਾ ਬੰਦਗੀ ਕਰਦਾ ਹੈ ਉਸ ਨੂੰ ਕਦੇ ਬੁਢੇਪਾ ਨਹੀਂ ਆਉਂਦਾ। ਇਹ ਜਿਹੜੀ ਬੁਢੇਪੇ ਦੀ ਗੱਲ ਹੈ ਨਾ, ਆਤਮਕ ਜੀਵਨ ਦੇ ਬੁਢੇਪੇ ਦੀ ਗੱਲ ਹੈ। ਜਿਹੜੇ ਸਿਮਰਨ ਕਰਦੇ ਨੇ ਉਹਨਾਂ ਦਾ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ। ਸਤਿਗੁਰ ਪਾਤਸ਼ਾਹ ਕਹਿੰਦੇ, ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਉਹਨਾਂ ਦਾ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਜੇ ਹੁੰਦਾ, ਬੁੱਢਾ ਨਹੀਂ ਹੁੰਦਾ, ਜਿਹੜੇ ਪਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਨੇ। ਭਗਤ ਜੈਦੇਵ ਸਾਹਿਬ ਕਹਿੰਦੇ ਨੇ, ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ ਨਾ ਦਨੋਤ ਜਸ ਮਰਣੇਨ ਜਨਮ ਜਰਾਦ ਮਰਨ ਭਯੰ। ਹੁਣ ਅਗਲੀ ਗੱਲ ਉਹਨਾਂ ਕੀਤੀ, ਕਹਿਣ ਲੱਗੇ, ਇੱਛਸ ਜਮਾਦ ਪਰਾਭਯੰ ਜਸ ਸਵਸਤ ਸੁਕਿਰਤ ਕਿਰਤੰ ਪਾਉ ਭੂਤ ਪਾਉ ਸਮਭਯੰ ਪਰਮੰ ਪ੍ਰਸੰਨ ਮਿਦੰ। ਜੇ ਤੂੰ ਚਾਹੁੰਦਾ ਹੈ ਕਿ ਮੌਤ ਦਾ ਡਰ ਦੂਰ ਹੋ ਜਾਵੇ, ਜੇ ਤੂੰ ਆਪਣੀ ਸ਼ੋਭਾ ਚਾਹੁੰਦਾ ਹੈ, ਜੇ ਤੂੰ ਚਾਹੁੰਦਾ ਹੈ ਕਿ ਮੇਰਾ ਜੀਵਨ ਜਿਹੜਾ ਹੈ ਇਹ ਸੁੱਖਾਂ ਦੇ ਨਾਲ ਬਤੀਤ ਹੋਵੇ, ਤਾਂ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ। ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਆਉਣ ਵਾਲੇ ਸਮੇਂ ਦੇ ਅੰਦਰ ਵੀ ਰਹੇਗਾ। ਫਿਰ ਅਗਲੇ ਪਦੇ ਵਿੱਚ ਭਗਤ ਜੈਦੇਵ ਸਾਹਿਬ ਆਖਦੇ ਨੇ, ਲੋਭਾਦ ਦ੍ਰਿਸ਼ਟ ਪਰ ਗ੍ਰਹਿੰ ਜਦ ਵਿਦ ਆਚਰਣੰ। ਇਹ ਜਿਹੜੀ ਲੋਭ ਆਦਿਕ ਵਾਲੀ ਤੇਰੇ ਅੰਦਰ ਵਿਕਾਰ ਨੇ ਨਾ, ਇਹਨਾਂ ਨੂੰ ਤਿਆਗ। ਪਰਾਏ ਘਰ ਵੱਲ ਤੱਕਣਾ, ਮਰਿਆਦਾ ਤੋਂ ਉਲਟ ਚੱਲਣਾ, ਇਹਨਾਂ ਨੂੰ ਤਿਆਗ ਦੇ, ਇਹਨਾਂ ਦਾ ਨਾਸ਼ ਕਰ। ਤਜ ਸਕਲ ਦੁਹਕਿਰਤ ਦੁਰਮਤੀ ਭਜ ਚੱਕਰਧਰ ਸਰਣੰ। ਕਹਿਣ ਲੱਗੇ, ਦੁਰਮਤੀ ਮਾੜੇ ਕੰਮ, ਮਾੜੀ ਮਤ ਨੂੰ ਤਿਆਗ ਕਰਕੇ ਗੁਰੂ ਦੀ ਮਤ ਧਾਰਨ ਕਰ। ਹਰ ਭਗਤ ਨਿਜ ਨੇਹ ਕੇਵਲਾ ਕਰਮਣਾ ਬਚਸਾ। ਕਹਿੰਦੇ ਪਰਮਾਤਮਾ ਦੇ ਭਗਤ ਮਨ ਬਚ ਕਰਮ ਕਰਕੇ ਪਰਮਾਤਮਾ ਦਾ ਸਿਮਰਨ ਕਰਦੇ ਨੇ। ਇਸ ਕਰਕੇ ਜੋਗੇਨ ਕਿੰਗ ਜਗੇਨ ਕਿੰਗ ਦਾਨੇਨ ਕਿੰਗ ਤਪਸਾ। ਉਹਨਾਂ ਨੂੰ ਯੋਗ ਸਾਧਨਾ ਤੋਂ ਕੀ ਲੈਣਾ, ਉਹਨਾਂ ਨੂੰ ਜੱਗਾਂ ਤੋਂ ਕੀ ਲੈਣਾ, ਦਾਨ ਤੇ ਪੁੰਨ ਤੋਂ ਉਹਨਾਂ ਨੂੰ ਕੀ ਲੈਣਾ। ਉਹ ਤਾਂ ਪਰਮਾਤਮਾ ਦਾ ਸਿਮਰਨ ਕਰਦੇ ਹਨ ਤੇ ਆਪਣੀ ਸੱਚੀ ਸਾਂਝ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਣਾਉਂਦੇ ਨੇ। ਇਸ ਕਰਕੇ ਉਹਨਾਂ ਸਾਨੂੰ ਸਿੱਖਿਆ ਦਿੱਤੀ। ਕਹਿਣ ਲੱਗੇ, ਗੋਬਿੰਦ ਗੋਬਿੰਦ ਦੇਤ ਜਪ ਨਰ ਸਕਲ ਸਿੱਧ ਪਦੰ ਜੈਦੇਵ ਆਇਓ ਤਸ ਸਪੁਟੰ ਬਹੁ ਭੂਤ ਸਰਬ ਗਤੰ। ਜਿਹੜਾ ਪਰਮਾਤਮਾ ਸਰਬ ਵਿਆਪਕ ਹੈ, ਹੇ ਮਨੁੱਖ ਉਸ ਪਰਮਾਤਮਾ ਦਾ ਸਿਮਰਨ ਕਰ, ਤਾਂ ਕਰਕੇ ਤੇਰੀ ਸੱਚੀ ਸਾਂਝ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਣੇ। ਪਾਤਸ਼ਾਹ ਕਹਿੰਦੇ, ਨਾਨਕ ਸਾਚੇ ਕਉ ਸਚ ਜਾਣ ਜਿਤ ਸੇਵਿਐ ਸੁਖ ਪਾਈਐ ਤੇਰੀ ਦਰਗਾਹ ਚੱਲੈ ਮਾਣ। ਹੇ ਨਾਨਕ, ਜਿਸ ਪਰਮਾਤਮਾ ਦਾ ਸਾਰਾ ਦਿੱਤਾ ਹੋਇਆ ਹੈ, ਜਿਸ ਪਰਮਾਤਮਾ ਦਾ ਨਾਮ ਜਪ ਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ,
ਉਸ ਪਰਮਾਤਮਾ ਨੂੰ ਸੇਵੀਏ, ਉਸ ਦਾ ਸਿਮਰਨ ਕਰੀਏ। ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਉਸ ਦੀ ਸੰਭਾਲ ਕਰੀਏ ਤੇ ਅਰਦਾਸ ਕਰੀਏ ਸਤਿਗੁਰੂ ਦੇ ਚਰਨਾਂ ਵਿੱਚ, ਤੇਰੀ ਦਰਗਾਹ ਚੱਲੈ ਮਾਣ। ਹੇ ਸੱਚੇ ਪਾਤਸ਼ਾਹ, ਤੂੰ ਆਪਣੇ ਨਾਮ ਦੀ ਦਾਤ ਬਖਸ਼, ਕਿਉਂਕਿ ਨਾਮ ਦੀ ਦਾਤ ਹੀ ਐਸੀ ਦਾਤ ਹੈ ਜਿਸ ਦਾਤ ਦੇ ਰਾਹੀਂ ਤੇਰੀ ਦਰਗਾਹ ਦੇ ਅੰਦਰ ਜਾ ਕਰ ਕੇ ਆਦਰ ਤੇ ਸਤਿਕਾਰ ਪ੍ਰਾਪਤ ਹੋ ਸਕਦਾ ਹੈ। ਕਿਉਂਕਿ ਜਿਹੜੇ ਨਾਮ ਜਪਦੇ ਨੇ ਨਾ, ਉਹ ਪਰਮਾਤਮਾ ਦੀ ਦਰਗਾਹ ਦੇ ਅੰਦਰ ਸੁਰਖਰੂ ਹੁੰਦੇ ਨੇ। ਸਤਿਗੁਰੂ ਦਾ ਬਚਨ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ। ਜਿਨ੍ਹਾਂ ਨੇ ਨਾਮ ਜਪਿਆ ਪਰਮਾਤਮਾ ਦੀ ਦਰਗਾਹ ਦੇ ਅੰਦਰ ਉਹ ਸੁਰਖਰੂ ਹੁੰਦੇ ਹਨ। ਪਹਿਲਾ ਪਦਾ, ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨਹਾਰ। ਦੇਣਹਾਰ ਪਰਮਾਤਮਾ ਨੇ। ਇਹ ਅਮਲ ਅਫੀਮ ਦਾ ਗੋਲਾ, ਮੋਹ ਰੂਪੀ ਅਫੀਮ ਦਾ ਜਿਹੜਾ ਗੋਲਾ ਹੈ ਨਾ, ਇਹ ਸਾਰੇ ਸੰਸਾਰ ਨੂੰ ਦਿੱਤਾ ਹੋਇਆ ਹੈ। ਹੁਣ ਬੰਦਾ ਮੋਹ ਦੇ ਅੰਦਰ ਮਸਤ ਹੈ। ਸਾਰਾ ਸੰਸਾਰ ਜਿਹੜਾ ਹੈ ਨਾ, ਇਹ ਮੋਹ ਰੂਪੀ ਅਫੀਮ ਦਾ ਗੋਲਾ ਖਾ ਕਰਕੇ ਮਸਤ ਹੋਇਆ ਪਿਆ ਹੈ, ਮੋਹ ਦੇ ਵਸ ਵਿੱਚ ਹੈ। ਜਿੱਧਰ ਨੂੰ ਮੋਹ ਨਚਾਉਂਦਾ ਤੇ ਬੰਦਾ ਨੱਚਦਾ। ਇੰਜ ਕਹਿ ਲਈਏ ਕਿ ਮੋਹ ਦੇ ਸਾਹਮਣੇ ਨਾ ਬੰਦੇ ਨੇ ਗੋਡੇ ਟੇਕ ਦਿੱਤੇ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਖਦੇ ਨੇ, ਇਹ ਮੋਹ ਐਸਾ ਹੈ ਜਿਸ ਨੂੰ ਜਿੱਤਿਆ ਨਹੀਂ ਜਾ ਸਕਦਾ, ਤੇ ਇਸ ਨੇ ਸਾਰਿਆਂ ਨੂੰ ਜਿੱਤ ਲਿਆ। ਮੋਹ ਅਜਿੱਤ ਹੈ, ਪਰ ਇਸ ਨੇ ਚੰਗੇ ਚੰਗੇ ਸੂਰਮਿਆਂ ਨੂੰ, ਚੰਗੇ ਚੰਗੇ ਬਲਸ਼ਾਲੀਆਂ ਨੂੰ ਹਰਾ ਦਿੱਤਾ। ਪਾਤਸ਼ਾਹ ਦਾ ਬਚਨ ਆਪ ਜੀ ਨੂੰ ਚੇਤੇ ਹੋਵੇਗਾ। ਸੈਸਕ੍ਰਿਤੀ ਦੇ ਅੰਦਰ ਪਾਵਨ ਪਵਿੱਤਰ ਸ਼ਲੋਕ ਹੈ, ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨਾ। ਹੇ ਅਜਿਤ ਕਾ ਮੋਹ, ਤੂੰ ਸਾਰਿਆਂ ਨੂੰ ਜਿੱਤ ਲਿਆ, ਤੂੰ ਅਜਿੱਤ ਹੈ, ਤੂੰ ਯੁੱਧ ਦਾ ਸੰਗਰਾਮ ਦਾ ਸੂਰਮਾ ਹੈ। ਚੰਗੇ ਚੰਗੇ ਬਲਸ਼ਾਲੀ ਜਿਹੜੇ ਨੇ ਉਹ ਤੂੰ ਆਪਣੇ ਵਸ ਵਿੱਚ ਕਰ ਲਏ। ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨੈ। ਗਣ ਗੰਧਰਵ ਦੇਵ ਮਨੁੱਖਯੰ ਪਸ਼ ਪੰਖੀ ਵਿਮੋਹਨ ਹੈ। ਤੂੰ ਸਾਰਿਆਂ ਨੂੰ ਮਸਤ ਕੀਤਾ ਹੋਇਆ ਹੈ। ਇਹ ਅਫੀਮ ਦਾ ਗੋਲਾ ਸਾਰਿਆਂ ਨੂੰ ਆਪਣੀ ਮਸਤੀ ਵਿੱਚ ਰੱਖਦਾ ਹੈ। ਕੀ ਗਣ, ਗਣ ਕਹਿੰਦੇ ਨੇ ਦੇਵਤਿਆਂ ਦੇ ਦਾਸ, ਗੰਧਰਵ ਦੇਵਤਿਆਂ ਦੇ ਗਵਈਏ, ਖੁਦ ਦੇਵਤੇ, ਕੀ ਮਨੁੱਖ, ਕੀ ਪਸ਼ੂ ਤੇ ਕੀ ਪੰਖੀ। ਸੱਚੇ ਪਾਤਸ਼ਾਹ ਕਹਿੰਦੇ ਸਾਰੇ ਜਿਹੜੇ ਨੇ ਤੇਰੇ ਅੰਦਰ ਮਸਤ ਨੇ। ਕਿਸੇ ਨੂੰ ਨਾ ਚੰਗੇ ਦੀ ਪਛਾਣ ਤੇ ਨਾ ਮਾੜੇ ਦੀ ਪਛਾਣ। ਤੂੰ ਕਿਰਪਾ ਕਰ। ਹਰ ਕਰਨ ਹਾਰੰ ਨਮਸਕਾਰੰ, ਸ਼ਰਨ ਨਾਨਕ ਜਗਦੀਸ਼ ਰਹਿ। ਸੱਚੇ ਪਾਤਸ਼ਾਹ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਤੂੰ ਇਸ ਮੋਹ ਤੋਂ ਬਚਾ। ਤੂੰ ਮੋਹ ਦਾ, ਇਹ ਅਫੀਮ ਦਾ ਗੋਲਾ ਸਾਰੇ ਸੰਸਾਰ ਨੂੰ ਦਿੱਤਾ ਹੋਇਆ ਹੈ। ਸਾਰਾ ਸੰਸਾਰ ਮਸਤ ਹੈ। ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨਹਾਰ। ਮੱਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਨ ਚਾਰ। ਇਸ ਨੂੰ ਮੱਤੀ ਪੜਨਾ ਹੈ, ਭਾਵ ਕਿ ਮਸਤ ਹੋਇਆ। ਹੁਣ ਇਸ ਅਫੀਮ ਦੇ ਗੋਲੇ ਵਿੱਚ ਮੋਹ ਅੰਦਰ ਮਸਤ ਹੋ ਕਰਕੇ ਮਰਨ ਵਿਸਾਰਿਆ, ਬੰਦੇ ਨੇ ਮੌਤ ਵਿਸਾਰ ਦਿੱਤੀ। ਸਾਧ ਸੰਗਤ, ਹਰ ਗੱਲ ਬੰਦੇ ਨੂੰ ਚੇਤੇ ਰਹਿੰਦੀ ਹੈ, ਇੱਕ ਮਰਨਾ ਭੁੱਲ ਜਾਂਦਾ ਹੈ। ਹਰ ਗੱਲ ਚੇਤੇ ਹੈ। ਕੋਈ ਚੇਤੇ ਨਹੀਂ ਕਰਾਉਂਦਾ ਕਿ ਸਜਣਾ ਤੈਨੂੰ ਭੁੱਖ ਲੱਗੀ ਹੈ, ਤੂੰ ਰੋਟੀ ਖਾ। ਆਪਣੇ ਆਪ ਖਾਉਂਦਾ ਹੈ, ਖੁਰਾਕ ਤੋਂ ਵੱਧ ਵੀ ਖਾਈ ਜਾਂਦਾ ਹੈ। ਕੋਈ ਚੇਤੇ ਨਹੀਂ ਕਰਾਉਂਦਾ ਇਸ ਨੂੰ ਕਿ ਤੂੰ ਹੁਣ ਸੌਂ ਜਾ, ਤੈਨੂੰ ਨੀਂਦ ਆਉਂਦੀ ਪਈ ਹੈ। ਆਪਣੇ ਆਪ ਸੌਂ ਜਾਂਦਾ ਹੈ, ਉੱਠਦਾ ਵੀ ਨਹੀਂ। ਅੰਮ੍ਰਿਤ ਵੇਲੇ ਜਾਗਣ ਦੀ ਗੱਲ ਸਤਿਗੁਰੂ ਪਾਤਸ਼ਾਹ ਬਾਰ-ਬਾਰ ਕਰਦੇ ਨੇ, ਪਰ ਫਿਰ ਵੀ ਇਹ ਜਾਗਦਾ ਕੋਈ ਨਹੀਂ। ਇਸ ਨੂੰ ਕੋਈ ਚੇਤੇ ਨਹੀਂ ਕਰਾਉਂਦਾ, ਤੂੰ ਹੁਣ ਹੱਸ, ਪਰ ਫਿਰ ਵੀ ਹੱਸ ਜਾਂਦਾ ਹੈ। ਹੱਸੀ ਦੇ ਨਾਟਕ ਚੇਟਕ ਵੇਖਦਾ ਤਾਂ ਕਰਕੇ ਹੱਸਾਂ। ਕੋਈ ਚੇਤੇ ਨਹੀਂ ਕਰਾਉਂਦਾ, ਤੂੰ ਪੀ ਕੁਝ ਖਾ, ਪਰ ਫਿਰ ਵੀ ਖਾਈ ਜਾਂਦਾ ਹੈ, ਪੀ ਜਾਂਦਾ ਹੈ, ਸੋਈ ਜਾਂਦਾ ਹੈ। ਪਰ ਇੱਕ ਗੱਲ ਬਾਰ-ਬਾਰ ਚੇਤੇ ਕਰਾਈ ਗਈ, ਸਜਣਾ
ਇੱਕ ਦਿਨ ਤੈਨੂੰ ਸੰਸਾਰ ਤੋਂ ਜਾਣਾ ਹੈ, ਪਰ ਇਹੀ ਗੱਲ ਇਸ ਨੂੰ ਚੇਤੇ ਨਹੀਂ ਰਹਿੰਦੀ। ਸਭ ਕੁਝ ਚੇਤੇ ਹੈ, ਜੇ ਕੁਝ ਭੁੱਲਿਆ ਹੋਇਆ ਹੈ ਤਾਂ ਉਹ ਭੁੱਲਿਆ ਹੈ ਮਰਨਾ। ਮਲਾਰ ਰਾਗ ਦੇ ਪਹਿਲੇ ਸ਼ਬਦ ਦੀਆਂ ਪਹਿਲੀਆਂ ਤੁਕਾਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸੁਚੇਤ ਕਰਦੇ ਨੇ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਸਭ ਗੱਲਾਂ ਚੇਤੇ ਨੇ, ਜੇ ਕੋਈ ਭੁੱਲੀ ਹੈ ਤੇ ਉਹ ਭੁੱਲੀ ਹੈ ਮੌਤ। ਸਾਧ ਸੰਗਤ, ਮੌਤ ਜਿਹੜੀ ਹੈ ਸਤਿਗੁਰੂ ਨੇ ਸਾਨੂੰ ਵਾਰ-ਵਾਰ ਚੇਤੇ ਕਰਾਈ ਹੈ, ਪਰ ਮਤਾਂ ਇਸ ਭੁਲੇਖੇ ਵਿੱਚ ਰਹਿ ਜਾਣਾ ਕਿ ਮੌਤ ਇਸ ਕਰਕੇ ਚੇਤੇ ਕਰਾਈਏ ਤਾਂ ਕਰਕੇ ਸਾਡੇ ਅੰਦਰ ਡਰ ਪੈਦਾ ਹੋ ਸਕੇ ਜਾਂ ਸਾਡੇ ਅੰਦਰ ਨਮੋਸ਼ੀ ਆ ਸਕੇ। ਨਹੀਂ, ਮੌਤ ਇਸ ਕਰਕੇ ਚੇਤੇ ਕਰਾਈ ਹੈ ਤਾਂ ਕਰਕੇ ਅਸੀਂ ਸੱਚਾਈ ਸਮਝੀਏ, ਚੋਰੀਆਂ ਤੇ ਠੱਗੀਆਂ ਤੇ ਕੁਕਰਮਾਂ ਤੋਂ ਬਚ ਸਕੀਏ। ਕਿਉਂਕਿ ਜਦੋਂ ਬੰਦੇ ਨੂੰ ਮੌਤ ਚੇਤੇ ਆਉਂਦੀ ਹੈ ਨਾ, ਮੌਤ ਅੱਖਾਂ ਦੇ ਸਾਹਮਣੇ ਹੁੰਦੀ ਹੈ, ਫਿਰ ਬੰਦਾ ਸੋਚਦਾ ਮੈਂ ਠੱਗੀਆਂ ਕੀਤੀਆਂ, ਚੋਰੀਆਂ ਕੀਤੀਆਂ, ਪਰਾਇਆ ਧਨ ਲੁੱਟਿਆ, ਇਹ ਸਭ ਵਿਅਰਥ ਹੈ, ਲੈ ਕੇ ਨਾਲ ਕੁਝ ਨਹੀਂ ਜਾਣਾ। ਇਸ ਕਰਕੇ ਸਤਿਗੁਰੂ ਨੇ ਸਾਨੂੰ ਮੌਤ ਚੇਤੇ ਕਰਾਈ ਹੈ, ਪਰ ਸਾਡੀ ਬਦਕਿਸਮਤੀ ਅਸੀਂ ਕਹਿੰਦੇ ਜ਼ਰੂਰ ਹਾਂ ਕਿ ਇੱਕ ਦਿਨ ਮਰਨਾ ਹੈ, ਪਰ ਵਿਸ਼ਵਾਸ ਕਿਸੇ ਨੂੰ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸ਼ਲੋਕ ਦੱਖਣਿਆਂ ਦੇ ਅੰਦਰ ਆਖਦੇ ਨੇ ਕਿ ਸਾਰਾ ਸੰਸਾਰ ਕਹਿੰਦਾ, ਹਰ ਬੰਦਾ ਕਹਿੰਦਾ ਕਿ ਅਸੀਂ ਮਰਨਾ ਹੈ, ਪਰ ਯਕੀਨ ਕਿਸੇ ਨੂੰ ਨਹੀਂ। ਮੁਖੋ ਅਲਾਏ ਹੱਬ, ਸਾਰੇ ਮੁਖ ਤੋਂ ਆਖਦੇ ਨੇ ਕਿ ਅਸੀਂ ਮਰਨਾ ਹੈ। ਮੁਖੋ ਹਲਾਏ ਹੱਬ, ਮਰਨ ਪਛਾਣ ਦੋ ਕੋਏ। ਕਿਸੇ ਕਿਸੇ ਨੂੰ ਯਕੀਨ ਹੁੰਦਾ ਹੈ ਕਿ ਅਸੀਂ ਮਰਨਾ ਹੈ, ਤੇ ਜਿਨ੍ਹਾਂ ਨੂੰ ਯਕੀਨ ਹੋ ਜਾਏ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ। ਨਾਨਕ ਤਿਨਾ ਖਾਕ ਜਿਨ੍ਹਾਂ ਯਕੀਨਾ ਇੱਕ ਸਿਉ। ਕਹਿੰਦੇ ਜਿਨ੍ਹਾਂ ਨੇ ਇਹ ਆਪਣੇ ਅੰਦਰ ਯਕੀਨ ਪੈਦਾ ਕਰ ਲਿਆ ਕਿ ਇੱਕ ਦਿਨ ਮਰਨਾ ਜ਼ਰੂਰ ਹੈ, ਨਾਸ ਜ਼ਰੂਰ ਹੋਣਾ ਹੈ, ਤੇ ਪਰਮਾਤਮਾ ਸਦੀ ਵੀ ਰਹਿਣ ਵਾਲਾ ਹੈ। ਪਾਤਸ਼ਾਹ ਕਹਿੰਦੇ ਮੱਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਨ ਚਾਰ। ਮਰਨਾ ਭੁੱਲ ਗਿਆ, ਇਸ ਮੋਹ ਰੂਪੀ ਅਫੀਮ ਦੇ ਨਸ਼ੇ ਦੇ ਅੰਦਰ ਮੌਤ ਭੁੱਲ ਗਈ, ਤੇ 4 ਦਿਨ ਦੀਆਂ ਮੌਜਾਂ ਜਿਹੜੀਆਂ ਉਹਨਾਂ ਨੂੰ ਮਾਣਦਾ ਪਿਆ ਹੈ। ਸੱਚ ਮਿਲਿਆ ਤਿੰਨ ਸੋਫੀਆਂ, ਰਾਖਣ ਕੋ ਦਰਬਾਰ। ਸੋਫੀਆ ਕਹਿੰਦੇ ਨੇ ਜਿਨ੍ਹਾਂ ਨੇ ਨਸ਼ਾ ਤਿਆਗ ਦਿੱਤਾ, ਨਸ਼ਾ ਛੱਡ ਦਿੱਤਾ। ਕਹਿੰਦੇ ਜਿਨ੍ਹਾਂ ਨੇ ਇਹ ਮੋਹ ਛੱਡ ਦਿੱਤਾ, ਇਹ ਨਸ਼ਾ ਛੱਡ ਦਿੱਤਾ, ਸੱਚ ਮਿਲਿਆ, ਉਹਨਾਂ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਕਿਉਂ? ਕਿਉਂਕਿ ਰਾਖਣ ਕੋ ਦਰਬਾਰ, ਉਹਨਾਂ ਨੇ ਉਦਮ ਹੀ ਪਰਮਾਤਮਾ ਨੂੰ ਮਿਲਣ ਦਾ ਕੀਤਾ ਸੀ, ਉਹਨਾਂ ਉਪਰਾਲਾ ਹੀ ਪਰਮਾਤਮਾ ਨੂੰ ਮਿਲਣ ਦਾ ਕੀਤਾ ਸੀ। ਦੁਨੀਆ ਹੋਰ ਹੋਰ ਉਦਮ ਪਈ ਕਰਦੀ ਹੈ, ਪਰ ਜਿਹੜੇ ਇਹ ਮੋਹ ਦਾ ਨਸ਼ਾ ਤਿਆਗ ਦਿੰਦੇ ਨੇ ਉਹ ਇੱਕ ਉਦਮ ਵਿੱਚ ਜੁੜਦੇ ਨੇ। ਉਹ ਉਦਮ ਹੈ ਪਰਮਾਤਮਾ ਦਾ ਨਾਮ ਜਪਣ ਦਾ। ਅਗਲਾ ਪਦਾ, ਸੱਚ ਸ਼ਰਾ ਗੁੜ ਬਾਹਰਾ, ਜਿਸ ਵਿੱਚ ਸੱਚਾ ਨਾਉ। ਹੁਣ ਇਹ ਗੱਲ ਜਿਹੜੀ ਹੈ ਨਾ ਸ਼ਰਾਬ ਦੀ ਕੀਤੀ ਹੈ। ਪਾਤਸ਼ਾਹ ਕਹਿੰਦੇ ਦੁਨੀਆ ਜਿਹੜੀ ਹੈ ਨਾ ਸ਼ਰਾਬ ਵਿੱਚ ਮਸਤ ਹੈ, ਸ਼ਰਾਬ ਪੀਂਦੀ ਹੈ। ਪਰ ਬੇਨਤੀ ਕਰਦੇ ਵਾਂ, ਸਿੱਖ ਧਰਮ ਦੇ ਅੰਦਰ ਨਾ ਸ਼ਰਾਬ ਪੀਣ ਦੇ ਉੱਤੇ ਪੂਰਨ ਪਾਬੰਦੀ ਹੈ। ਜਦੋਂ ਅਸੀਂ ਰਹਿਤਨਾਮੇ ਪੜ੍ਹਦੇ ਹਾਂ ਤੇ ਉੱਥੇ ਬਚਨ ਆਉਂਦੇ ਨੇ, ਕੁੱਠਾ ਹੁੱਕਾ ਚਰਸ ਤਮਾਕੂ, ਗਾਂਜਾ ਟੋਪੀ ਤਾੜੀ ਖਾਕੂ, ਇਨਕੇ ਔਰ ਨਾ ਕਬਹੂ ਦੇਖੈ, ਰਹਿਤਵਾਨ ਜੋ ਸਿੱਖ ਬਿਸਿੱਖ ਹੈ। ਜਾਂ ਇੱਕ ਥਾਂ ਤੇ ਹੋਰ ਵੀ ਬਚਨ ਹੈ ਰਹਿਤਨਾਮਿਆਂ ਵਿੱਚ, ਪਰ ਨਾਰੀ ਜੂਆ ਅਸਤ। ਕਹਿੰਦੇ ਪਰਾਈ ਨਾਰੀ ਦੇ ਨਾਲ ਸੰਗ ਬਣਾਉਣਾ, ਜੂਆ ਖੇਡਣਾ, ਅਸਤ ਬੋਲਣਾ, ਚੋਰੀ ਮਦਰਾ ਜਾਨ, ਕਿਸੇ ਦੀ ਚੋਰੀ ਕਰਨੀ, ਸ਼ਰਾਬ ਪੀਣੀ। 5 ਐਬ ਇਹ ਜਗਤ ਮੈਂ, ਇਹ 5 ਐਬ ਜਿਹੜੇ ਨੇ ਇਹ ਜਗਤ ਦੇ ਅੰਦਰ ਨੇ। ਤਜੈ ਸੋ ਸਿੰਘ ਸੁਜਾਨ, ਜਿਹੜਾ ਸਿੰਘ ਇਹਨਾਂ ਨੂੰ ਤਜ ਦਿੰਦਾ ਹੈ ਨਾ ਉਹ ਚੰਗਾ ਹੈ, ਉਹ ਸਿਆਣਾ ਹੈ। ਬੇਨਤੀ ਕਰਦੇ ਵਾਂ, ਸ਼ਰਾਬ ਪੀਣ ਦੀ ਪੂਰਨ ਪਾਬੰਦੀ ਸਤਿਗੁਰੂ ਨੇ ਲਗਾਈ,
ਪਰ ਜਦੋਂ ਅਸੀਂ ਅੱਜ ਨਜ਼ਰ ਮਾਰਦੇ ਹਾਂ ਨਾ, ਤਾਂ ਜਿਹੜੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਨੇ, ਉਹਨਾਂ ਦੀਆਂ ਸ਼ਾਦੀਆਂ ਵਿੱਚ ਜਾ ਕਰਕੇ ਦੇਖੀਏ, ਪਾਰਟੀਆਂ ਵਿੱਚ ਜਾ ਕਰਕੇ ਦੇਖੀਏ ਕਿ ਸ਼ਰਾਬ ਜਿਹੜੀ ਹੈ ਖੁੱਲ੍ਹਮ ਖੁੱਲ੍ਹਦਾ ਚੱਲਦੀ ਪਈ ਹੈ। ਕਿਉਂਕਿ ਅਸੀਂ ਗੁਰੂ ਦੀ ਮੱਤ ਧਾਰਨ ਨਹੀਂ ਕੀਤੀ, ਅਸੀਂ ਗੁਰੂ ਦੀ ਮੱਤ ਤੋਂ ਸਖਣੇ ਹਾਂ। ਇਸ ਕਰਕੇ ਗੁਰਬਾਣੀ ਸੁਣ ਜ਼ਰੂਰ ਲਈ, ਪੜ੍ਹ ਜ਼ਰੂਰ ਲਈ, ਪਰ ਇਸ ਦੇ ਉੱਤੇ ਅਮਲ ਕੀਤਾ ਕੋਈ ਨਹੀਂ। ਬੇਨਤੀ ਕਰਦੇ ਹਾਂ, ਸਤਿਗੁਰੂ ਕਹਿੰਦੇ ਸ਼ਰਾਬ ਪੀਣੀ ਹੈ, ਸ਼ਰਾਬ ਦੇ ਨਸ਼ੇ ਵਿੱਚ ਮਸਤ ਹੋਣਾ ਹੈ। ਤੇ ਉਹ ਸ਼ਰਾਬ ਕਿਵੇਂ ਤਿਆਰ ਕੀਤੀ ਜਾਂਦੀ ਹੈ? ਉਸ ਵਿੱਚ ਗੁੜ ਨਹੀਂ ਜੇ ਪਾਇਆ ਜਾਂਦਾ, ਉਸ ਵਿੱਚ ਇਹ ਪਾਣੀ ਨਹੀਂ ਜੇ ਪਾਇਆ ਜਾਂਦਾ, ਕਿਉਂਕਿ ਇਹ ਜਿਹੜੀ ਗੁੜ ਵਾਲੀ ਸ਼ਰਾਬ ਹੈ ਨਾ, ਇਹ ਤਾਂ ਮੱਤ ਨੂੰ ਮਾਰ ਦਿੰਦੀ ਹੈ, ਸਰੀਰ ਦਾ ਨਾਸ਼ ਕਰ ਦਿੰਦੀ ਹੈ। ਖਿਆਲ ਕਰਿਓ, ਪਹਿਲਾਂ ਬੰਦਾ ਸ਼ਰਾਬ ਨੂੰ ਪੀਂਦਾ ਹੈ ਔਰ ਫਿਰ ਸ਼ਰਾਬ ਜਿਹੜੀ ਹੈ ਬੰਦੇ ਨੂੰ ਪੀ ਜਾਂਦੀ ਹੈ। ਸ਼ਰਾਬ ਪੀਣ ਵਾਲਿਆਂ ਦੇ ਘਰ ਤਬਾਹ ਹੋ ਜਾਂਦੇ ਹਨ। ਸ਼ਰਾਬ ਪੀਣ ਵਾਲੇ ਕਦੇ ਆਤਮਕ ਜੀਵਨ ਪੱਖੋਂ ਉੱਚੇ ਤੇ ਸੁੱਚੇ ਨਹੀਂ ਜੇ ਬਣ ਸਕਦੇ। ਸਾਧ ਸੰਗਤ, ਪਾਤਸ਼ਾਹ ਕਹਿੰਦੇ ਇਹ ਸ਼ਰਾਬ, ਜਿਸ ਸ਼ਰਾਬ ਦਾ ਨਸ਼ਾ ਥੋੜੀ ਕੁ ਦੇਰ ਦਾ ਹੁੰਦਾ ਹੈ, ਜਿਹੜੀ ਸ਼ਰਾਬ ਮੱਤ ਮਾਰ ਦਿੰਦੀ ਹੈ, ਜਿਹੜੀ ਸ਼ਰਾਬ ਸਰੀਰ ਨੂੰ ਖਰਾਬ ਕਰ ਦਿੰਦੀ ਹੈ, ਜਿਸ ਸ਼ਰਾਬ ਨੂੰ ਪੀ ਕਰਕੇ ਬੰਦਾ ਸਾਰੇ ਕੁਕਰਮ ਕਰ ਲੈਂਦਾ ਹੈ, ਤੇ ਜਿਸ ਸ਼ਰਾਬ ਨੂੰ ਪੀ ਕਰਕੇ ਕੁਬੋਲ ਬੋਲਦਾ ਹੈ, ਇਸ ਸ਼ਰਾਬ ਨੂੰ ਕਦੇ ਨਹੀਂ ਜੇ ਪੀਣਾ ਚਾਹੀਦਾ। ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਜਿਤ ਪੀਤੈ ਖਸਮ ਵੀਸਰੈ, ਦਰਗਾਹ ਮਿਲਿਆ ਸਜਾਏ। ਇਹ ਸ਼ਰਾਬ ਜਿਹੜੀ ਹੈ ਨਾ, ਇਹ ਕਦੇ ਨਹੀਂ ਜੇ ਪੀਣੀ ਚਾਹੀਦੀ। ਜੇ ਪੀਣੀ ਹੈ ਤੇ ਮੈਂ ਸ਼ਰਾਬ ਦੀ ਗੱਲ ਦੱਸਦਾ ਕਿਹੜੀ ਪੀਣੀ ਹੈ। ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਦੇ ਦੋ ਸ਼ੇਰ ਕਹਿ ਕੇ ਅੱਗੇ ਤੁਰਾਂਗਾ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਹੇ ਸੱਚੇ ਪਾਤਸ਼ਾਹ, ਮੈਂ ਸ਼ਰਾਬ ਪੀਣੀ ਚਾਹੁੰਦਾ, ਤੂੰ ਕਿਰਪਾ ਕਰ ਮੇਰੇ ਪਿਆਲੇ ਦੇ ਅੰਦਰ ਸ਼ਰਾਬ ਪਾ। ਉਹ ਸ਼ਰਾਬ ਕਿਹੜੀ ਹੈ? ਕਹਿੰਦੇ, ਸੱਚੇ ਪਾਤਸ਼ਾਹ, ਆਪਣੇ ਸ਼ਬਦ ਰੂਪੀ ਜਿਹੜੀ ਸ਼ਰਾਬ ਹੈ, ਇਹ ਮੇਰੇ ਹਿਰਦੇ ਰੂਪੀ ਪਿਆਲੇ ਦੇ ਅੰਦਰ ਪਾ। ਬਿਆ ਐ ਸਾਕੀਏ ਰੰਗੀ, ਜੇ ਮੈਂ ਪੁਰਕੁਨ ਅਯਾਗ ਈਜਾ। ਅਯਾਗ ਕਹਿੰਦੇ ਨੇ ਪਿਆਲੇ ਨੂੰ। ਆਪਣੀ ਸ਼ਰਾਬ ਜਿਹੜੀ ਹੈ ਮੇਰੇ ਹਿਰਦੇ ਰੂਪੀ ਪਿਆਲੇ ਦੇ ਅੰਦਰ ਪਾ। ਨਸ਼ਾਏ ਲਾਲ, ਕਹਿੰਦੇ ਨਸ਼ਾਏ ਨਾਲ ਮੈਂ ਗੁਣਤ, ਜੇ ਹਕ ਬਖਸ਼ਦ ਸੁਰਾਗ ਈਜਾ। ਕਿਉਂਕਿ ਇਹ ਜਿਹੜੀ ਤੇਰੀ ਸ਼ਰਾਬ ਹੈ ਨਾ, ਸ਼ਬਦ ਰੂਪੀ ਸ਼ਰਾਬ, ਇਸ ਦਾ ਨਸ਼ਾ ਕਦੇ ਉਤਰਦਾ ਨਹੀਂ। ਤੇ ਇਸ ਸ਼ਬਦ ਦੇ ਰਾਹੀਂ ਵਾਹਿਗੁਰੂ ਜੀ ਦੇ ਭੇਦਾਂ ਦਾ ਪਤਾ ਲੱਗ ਜਾਂਦਾ ਹੈ, ਤੇ ਸੱਚੀ ਪ੍ਰੀਤ ਉਸ ਵਾਹਿਗੁਰੂ ਦੇ ਨਾਲ ਬਣ ਜਾਂਦੀ ਹੈ। ਇਸ ਕਰਕੇ ਕਹਿੰਦੇ, ਐ ਦੁਨੀਆ ਦੇ ਲੋਕੋ, ਮੈਂ ਸ਼ਰਾਬ ਪੀਂਦਾ ਹਾਂ ਗੁਰੂ ਦੇ ਸ਼ਬਦ ਦੀ। ਗੁਰੂ ਨੇ ਮੇਰੇ ਉੱਤੇ ਕਿਰਪਾ ਦ੍ਰਿਸ਼ਟੀ ਕੀਤੀ, ਮੈਨੂੰ ਹਮੇਸ਼ਾ ਵਾਲੀ ਮਸਤੀ ਪ੍ਰਾਪਤ ਹੋ ਗਈ। ਇਸ ਕਰਕੇ ਇਹ ਥੋੜੀ ਜਿਹੀ ਦੇਰ ਦੀ ਜਿਹੜੀ ਮਸਤੀ ਦਿੰਦੀ ਹੈ ਨਾ, ਇਹ ਸ਼ਰਾਬ ਮੈਂ ਹੁਣ ਤਿਆਗ ਦਿੱਤੀ, ਇਹ ਮੈਂ ਨਹੀਂ ਪੀਂਦਾ, ਤੇ ਕਿਸੇ ਨੂੰ ਪੀਣੀ ਵੀ ਨਹੀਂ ਚਾਹੀਦੀ। ਇਹ ਜਿਹੜੀ ਸ਼ਰਾਬ ਹੈ ਨਾ, ਇਹ ਸਰੀਰ ਦਾ ਨਾਸ਼ ਕਰ ਦਿੰਦੀ ਹੈ, ਮੱਤ ਮਾਰ ਦਿੰਦੀ ਹੈ, ਕੁਕਰਮ ਕਰਾਉਂਦੀ ਹੈ। ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਗੋਇਆ ਜੇ ਚਸ਼ਮੇ ਯਾਰ ਚੋਂ ਮਖਮੋਰ ਬਖਸ਼ੈ ਏਮ। ਹੇ ਗੋਇਆ, ਜੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਉਸ ਵਿੱਚੋਂ ਜਿਹੜੀ ਮਸਤੀ ਪ੍ਰਾਪਤ ਹੁੰਦੀ ਹੈ, ਹੋਰ ਕਿਤੇ ਪ੍ਰਾਪਤ ਨਹੀਂ ਜੇ ਹੋ ਸਕਦੀ। ਗੋਇਆ ਜੇ ਚਸ਼ਮੇ ਯਾਰ ਚੋਂ ਮਖਮੋਰ ਗਸ਼ਤੈ ਏਮ, ਕੇ ਖੁਆਇਸ਼ੇ ਸ਼ਰਾਬੇ ਪੁਰ ਅਸਰਾਰ ਮੇ ਕੁਨੇਮ। ਫਿਰ ਇਸ ਸ਼ਰਾਬ ਦਾ ਜਿਹੜੀ ਦੁਨੀਆ ਪੀਂਦੀ ਹੈ, ਜਿਹੜੀ ਮੱਤ ਮਾਰ ਦਿੰਦੀ ਹੈ, ਸਰੀਰ ਦਾ ਨਾਸ਼ ਕਰ ਦਿੰਦੀ ਹੈ, ਕੁਕਰਮ ਕਰਾਉਂਦੀ ਹੈ, ਅੰਦਰ ਪੁਰ ਅਸਰਾਰ ਅੱਗ ਪੈਦਾ ਕਰਦੀ ਹੈ, ਇਸ ਸ਼ਰਾਬ ਨੂੰ ਪੀਣ ਦਾ ਕੋਈ ਲਾਭ ਨਹੀਂ। ਇਸ ਕਰਕੇ ਸਾਨੂੰ ਸਾਰਿਆਂ ਨੂੰ ਹਮੇਸ਼ਾ ਮਸਤੀ ਵਿੱਚ ਰੱਖਣ ਵਾਲੀ ਸ਼ਰਾਬ, ਇਹ ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਇਹ ਆਪਣੇ ਹਿਰਦੇ ਰੂਪੀ ਪਿਆਲੇ ਦੇ ਅੰਦਰ ਟਿਕਾ ਕਰਕੇ ਰੱਖਣਾ ਚਾਹੀਦਾ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਨੂੰ ਸਮਝਾ ਰਹੇ ਨੇ, ਸੱਚ ਸ਼ਰਾ ਗੁੜ ਬਾਹਰਾ, ਜਿਸ ਵਿੱਚ ਸੱਚਾ ਨਾਉ। ਸ਼ਰਾਬ ਤਿਆਰ ਕਰ ਗੁੜ ਤੋਂ ਬਗੈਰ, ਗੁੜ ਨਹੀਂ।
ਇਸ ਸ਼ਰਾਬ ਦੇ ਅੰਦਰ ਪਰਮਾਤਮਾ ਦਾ ਸਦੀ ਵੀ ਰਹਿਣ ਵਾਲਾ ਨਾਮ ਹੋਵੇ। ਸੁਣੈ ਵਖਾਣੈ ਜੇਤੜੇ ਹੋਂ ਤਿਨ ਬਲਿਹਾਰੈ ਜਾਉ। ਕਹਿੰਦੇ ਜਿਹੜੇ ਪਰਮਾਤਮਾ ਦਾ ਨਾਮ ਸੁਣਦੇ ਹਨ, ਜਿਹੜੇ ਪਰਮਾਤਮਾ ਦਾ ਨਾਮ ਗਾਉਂਦੇ ਹਨ, ਮੈਂ ਉਹਨਾਂ ਤੋਂ ਵਾਰਣੇ ਜਾਂਦਾ ਹਾਂ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ। ਕਿਉਂਕਿ ਨਾਮ ਸੁਣ ਕੇ, ਨਾਮ ਜਪ ਕੇ ਉਹਨਾਂ ਨੇ ਆਪਣੇ ਆਤਮਕ ਦੁੱਖ ਖਤਮ ਕਰ ਲਏ ਅਤੇ ਸੁੱਖਾਂ ਦਾ ਪ੍ਰਕਾਸ਼ ਆਪਣੇ ਹਿਰਦੇ ਦੇ ਅੰਦਰ ਕਰ ਲਿਆ। ਅਸੀਂ ਰੋਜ਼ਾਨਾ ਬਚਨ ਪੜ੍ਹਦੇ ਹਾਂ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਉਹ ਆਪਣੇ ਦੁੱਖਾਂ ਨੂੰ ਖਤਮ ਕਰਕੇ, ਆਤਮਕ ਦੁੱਖਾਂ ਨੂੰ ਤੇ ਸੁੱਖਾਂ ਦਾ ਪ੍ਰਕਾਸ਼ ਕਰ ਲੈਂਦੇ ਨੇ। ਸੁਣੈ ਵਖਾਣੈ ਜੇਤੜੇ ਹੋਂ ਤਿਨ ਬਲਿਹਾਰੈ ਜਾਉ, ਤਾਂ ਮਨ ਖੀਵਾ ਜਾਣੀਐ ਜਾਂ ਮਹਿਲੀ ਪਾਏ ਥਾਉ। ਹੁਣ ਇਹ ਮਨ ਜਿਹੜਾ ਨਾ ਫਿਰ ਮਸਤ ਹੋ ਜਾਂਦਾ ਹੈ ਜਦੋਂ ਸ਼ਰਾਬ ਪੀਂਦਾ ਹੈ ਪਰਮਾਤਮਾ ਦੇ ਨਾਮ ਦੀ, ਜਿਹੜੀ ਹਮੇਸ਼ਾ ਮਸਤੀ ਦੇ ਕਰਕੇ ਰੱਖਦੀ ਹੈ। ਫਿਰ ਮਨ ਜਿਹੜਾ ਮਸਤ ਹੋ ਜਾਂਦਾ ਹੈ। ਪਾਤਸ਼ਾਹ ਕਹਿੰਦੇ ਤਾਂ ਮਨ ਖੀਵਾ ਜਾਣੀ ਹੈ। ਖੀਵਾ ਦਾ ਅਰਥ ਹੈ ਮਸਤ। ਇਸ ਮਨ ਨੂੰ ਤਾਂ ਮਸਤ ਸਮਝੋ ਜਾਂ ਮਹਿਲੀ ਪਾਏ ਥਾਉ, ਜਦੋਂ ਇੱਕ ਥਾਂ ਤੇ ਟਿਕ ਜਾਏ ਪਰਮਾਤਮਾ ਦੇ ਮਹਿਲ ਵਿੱਚ, ਪਰਮਾਤਮਾ ਦੇ ਘਰ ਵਿੱਚ। ਸਾਧ ਸੰਗਤ, ਮਨ ਟਿਕਦਾ ਕਦੋਂ ਹੈ? ਜਦੋਂ ਇਸ ਮਨ ਦੀ ਲਗਾਮ ਗੁਰੂ ਦੇ ਹੱਥਾਂ ਵਿੱਚ ਦੇ ਦਈਏ, ਗੁਰੂ ਦੀ ਇਸ ਮਨ ਦੀ ਲਗਾਮ ਗੁਰੂ ਨੂੰ ਪਕੜਾ ਦਈਏ, ਫਿਰ ਮਨ ਜਿਹੜਾ ਇਹ ਦੌੜਦਾ ਨਹੀਂ, ਇੱਕ ਥਾਂ ਤੇ ਟਿਕ ਜਾਂਦਾ ਹੈ। ਅਗਲਾ ਪਦਾ, ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ, ਤਾਂ ਮੁਖ ਹੋਵੇ ਉਜਲਾ ਲਖ ਦਾਤੀ ਇਕ ਦਾਤ। ਲੱਖਾਂ ਦਾਤਾਂ ਵਿੱਚੋਂ ਸਭ ਤੋਂ ਉੱਤਮ ਜਿਹੜੀ ਦਾਤ ਹੈ ਉਹ ਹੈ ਪਰਮਾਤਮਾ ਦੇ ਨਾਮ ਦੀ ਦਾਤ। ਇਸ ਤੋਂ ਉੱਤਮ ਦਾਤ ਹੋਰ ਕੋਈ ਨਹੀਂ। ਕਿਉਂਕਿ ਜੇ ਪਰਮਾਤਮਾ ਦੇ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ ਨਾ, ਫਿਰ ਬੰਦਾ ਹੋਰ ਮੰਗਣਾ, ਅੰਦਰ ਦੀ ਤ੍ਰਿਸ਼ਨਾ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਇਸ ਕਰਕੇ ਅਰਦਾਸ ਕੀਤੀ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਸੱਚੇ ਪਾਤਸ਼ਾਹ ਕਿਰਪਾ ਕਰ, ਮੈਨੂੰ ਨਾਮ ਦੀ ਦਾਤ ਦੇ। ਕਿਉਂਕਿ ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ, ਜਿਹੜਾ ਪਰਮਾਤਮਾ ਦੇ ਗੁਣ ਗਾਉਣਾ ਹੈ, ਪਰਮਾਤਮਾ ਦਾ ਨਾਮ ਜਪਣਾ, ਇਸ ਨੂੰ ਅਸੀਂ ਪਾਣੀ ਬਣਾਈਏ, ਨੀਰ ਬਣਾਈਏ। ਇਹ ਨੀਰ ਜਿਹੜਾ ਸਾਡੇ ਮਨ ਨੂੰ, ਮੁਖ ਨੂੰ ਉਜਲਾ ਕਰ ਸਕਦਾ ਹੈ। ਇਸ ਨੀਰ ਦੇ ਨਾਲ ਜਦੋਂ ਅਸੀਂ ਮੂੰਹ ਧੋਵਾਂਗੇ ਤੇ ਮੁਖ ਜਿਹੜਾ ਉਜਲਾ ਹੋਵੇਗਾ। ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ। ਸਤ ਦਾ ਅਰਥ ਹੁੰਦਾ ਉੱਚਾ ਆਚਰਣ। ਜਿਹੜੀ ਸੁਗੰਧੀ ਬਣਾਉਣੀ ਹੈ ਸਰੀਰ ਦੇ ਉੱਤੇ ਲਾਉਣ ਵਾਸਤੇ, ਉਹ ਬਣਾਉਣੀ ਹੈ ਆਪਣਾ ਆਚਰਣ, ਆਪਣਾ ਕਰੈਕਟਰ ਉੱਚਾ ਕਰ ਲੈਣਾ। ਆਪਣੇ ਕਰੈਕਟਰ ਨੂੰ, ਆਪਣੇ ਆਚਰਣ ਨੂੰ ਅਸੀਂ ਉੱਚਾ ਕਰੀਏ। ਇਹ ਜਿਹੜਾ ਸਾਡੀ ਸੁਗੰਧੀ ਹੋਵੇ ਤੇ ਪਰਮਾਤਮਾ ਦਾ ਨਾਮ ਇਹ ਪਾਣੀ ਹੋਵੇ। ਜਦੋਂ ਇਸ ਨੂੰ ਵਰਤਾਂਗੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਤਾਂ ਮੁਖ ਹੋਵੇ ਉਜਲਾ। ਫਿਰ ਮੂੰਹ ਜਿਹੜਾ ਨਾ ਇਹ ਸੁਰਖਰੂ ਹੁੰਦਾ ਹੈ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਪਾਤਸ਼ਾਹ ਨੇ ਕਿਹਾ ਉਹਨਾਂ ਨੂੰ ਸੱਚਾ ਸਤਿਕਾਰ ਮਿਲਦਾ ਹੈ ਜਿਹੜੇ ਨਾਮ ਜਪਦੇ ਨੇ ਤੇ ਨਾਮ ਦੀ ਕਮਾਈ ਕਰਦੇ ਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਬਚਨ ਹੈ, ਮੁਖ ਸੱਚੇ ਸੱਚ ਦਾੜੀਆਂ, ਸੱਚ ਬੋਲੇ ਸੱਚ ਕਮਾਹੇ। ਉਹਨਾਂ ਦੀਆਂ ਦਾੜੀਆਂ, ਉਹਨਾਂ ਦੇ ਮੁਖ ਸਦਾ ਹੀ ਸਤਿਕਾਰਵਾਚਕ ਹੁੰਦੇ ਨੇ, ਸਨਮਾਨਯੋਗ ਹੁੰਦੇ ਨੇ, ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ। ਪਾਤਸ਼ਾਹ ਕਹਿੰਦੇ ਤਾਂ ਮੁਖ ਹੋਵੇ ਉਜਲਾ, ਲਖ ਦਾਤੇ ਇਕ ਦਾਤ। ਨਾਮ ਜਪੀਏ, ਨਾਮ ਜਪ ਕੇ ਹੀ ਮੁਖ ਜਿਹੜਾ ਇਹ ਸੁਰਖਰੂ ਹੋ ਸਕਦਾ ਹੈ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਹੜੇ ਨਾਮ ਜਪਦੇ ਨੇ ਆਪਣੇ ਆਪ ਤਾਂ ਉਹ ਮੁਖ ਉਜਲ ਵਾਲੇ ਹੋ ਜਾਂਦੇ ਨੇ।
ਮੁਖ ਸੁਰਖਰੂ ਹੁੰਦੇ ਨੇ ਤੇ ਦੂਜਿਆਂ ਨੂੰ ਵੀ ਆਪਣੀ ਸੰਗਤ ਵਿੱਚ ਲੈ ਕਰਕੇ ਪਰਮਾਤਮਾ ਦੇ ਗੁਣਾਂ ਦੇ ਨਾਲ ਜੋੜ ਕਰਕੇ ਵਿਕਾਰਾਂ ਤੋਂ ਮੁਕਤ ਕਰ ਦਿੰਦੇ ਹਨ। ਦੋਖ ਤਿਸੈ ਪੈ ਆਖੀਐ ਸੋਖ ਜਿਸੈ ਹੀ ਪਾਸ। ਸੱਚੇ ਪਾਤਸ਼ਾਹ ਕਹਿੰਦੇ ਦੁੱਖ ਆਵੇ ਭਾਵੇਂ ਸੁਖ ਆਵੇ, ਆਪਣੇ ਸਤਿਗੁਰੂ ਦਾ ਪੱਲਾ ਪਕੜ ਕੇ ਰੱਖੀ। ਇਹ ਨਹੀਂ ਕਿ ਸੁਖ ਹੈ ਤੇ ਅਰਦਾਸ ਕਰ ਲਈ, ਜੇ ਦੁੱਖ ਆਇਆ ਵਿਪਤਾ ਆਈ ਤੇ ਸਤਿਗੁਰ ਦਾ ਪੱਲਾ ਛੱਡ ਦਿੱਤਾ, ਨਹੀਂ। ਭਾਵੇਂ ਦੁੱਖ ਹੈ ਭਾਵੇਂ ਸੁਖ ਹੈ, ਸਤਿਗੁਰੂ ਦਾ ਪੱਲਾ ਪਕੜ ਕੇ ਰੱਖੀਏ। ਪਾਵਨ ਪਵਿੱਤਰ ਇਸ ਅਸਥਾਨ ਤੇ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੇ ਪ੍ਰਕਾਸ਼ ਹੁੰਦਿਆਂ ਵਕਤ ਜਿਹੜਾ ਸਾਨੂੰ ਪਵਿੱਤਰ ਮੁਖਵਾਕ ਬਖਸ਼ਿਆ, ਆਤਮਕ ਉਪਦੇਸ਼ ਬਖਸ਼ਿਆ, ਉਸ ਵਿੱਚ ਵੀ ਸਾਨੂੰ ਇਹ ਸਿੱਖਿਆ ਦਿੱਤੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਪਾਤਸ਼ਾਹ ਕਹਿੰਦੇ ਭਾਵੇਂ ਦੁੱਖ ਹੈ ਭਾਵੇਂ ਸੁਖ ਹੈ, ਆਪਣੇ ਸਤਿਗੁਰੂ ਦਾ ਪੱਲਾ ਪਕੜ ਕੇ ਰੱਖੀ, ਤਾਂ ਹੀ ਇਹ ਆਤਮਕ ਜੀਵਨ ਉੱਚਾ ਬਣ ਸਕਦਾ ਹੈ। ਦੋਖ ਤਿਸੈ ਪੈ ਆਖੀਐ ਸੋਖ ਜਿਸੈ ਹੀ ਪਾਸ। ਫਿਰ ਹੁਣ ਅਖੀਰਲੇ ਪਦੇ ਵਿੱਚ ਸਾਨੂੰ ਸਾਵਧਾਨ ਕਰਦਿਆਂ ਹੋਇਆਂ ਆਖਦੇ ਨੇ, ਸੋ ਕਿਉ ਮਨੋ ਵਿਸਾਰੀਐ ਜਾ ਕੇ ਜੀ ਪ੍ਰਾਣ। ਜਿਸ ਪਰਮਾਤਮਾ ਨੇ ਜਿੰਦ ਦਿੱਤੀ ਹੈ, ਪ੍ਰਾਣ ਦਿੱਤੇ ਨੇ, ਉਸ ਪਰਮਾਤਮਾ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਸ਼ੁਕਰਾਨਾ ਕਰੀਏ ਪਰਮਾਤਮਾ ਦਾ। ਸੱਚੇ ਪਾਤਸ਼ਾਹ ਤੇਰਾ ਦਿੱਤਾ ਅਸੀਂ ਖਾਂਦੇ ਹਾਂ, ਤੇਰਾ ਦਿੱਤਾ ਪਾਉਂਦੇ ਹਾਂ, ਫਿਰ ਸ਼ੁਕਰਾਨਾ ਵੀ ਤੇਰਾ ਹੀ ਕਰੀਏ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਜਿਸ ਪਰਮਾਤਮਾ ਦਾ ਦਿੱਤਾ ਖਾਂਦੇ ਆ ਪਾਉਂਦੇ ਆ, ਉਸ ਨੂੰ ਕਦੇ ਨਹੀਂ ਜੇ ਭੁੱਲਣਾ ਚਾਹੀਦਾ। ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਵਿਸਰੈ ਜੇ ਕੀਆ ਜਾਣੈ, ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ। ਜਿਸ ਦੀਆਂ ਇੰਨੀਆਂ ਦਾਤਾਂ ਨੇ, ਫਿਰ ਉਸ ਪਰਮਾਤਮਾ ਨੂੰ ਕਿਉਂ ਵਿਸਾਰੀਏ, ਕਿਉਂ ਭੁੱਲੀਏ। ਪਾਤਸ਼ਾਹ ਕਹਿੰਦੇ ਸੋ ਕਿਉਂ ਮਨੋ ਵਿਸਾਰੀਐ ਜਾ ਕੇ ਜੀ ਪ੍ਰਾਣ। ਜਿਸ ਪਰਮਾਤਮਾ ਦਾ ਸਾਰਾ ਦਿੱਤਾ ਹੈ, ਸ਼ੁਕਰਾਨਾ ਕਰੀਏ। ਜਦੋਂ ਪ੍ਰਸ਼ਾਦਾ ਛਕੀਏ, ਸੱਚੇ ਪਾਤਸ਼ਾਹ ਨੂੰ ਅਰਦਾਸ ਕਰੀਏ, ਪਾਤਸ਼ਾਹ ਤੇਰਾ ਦਿੱਤਾ ਖਾ ਰਹੇ ਹਾਂ, ਮੇਰੇ ਅੰਦਰ ਸਮਰੱਥਾ ਨਹੀਂ ਮੈਂ ਖਾਣੇ ਨੂੰ ਬਣਾ ਸਕਾਂ, ਪੈਦਾ ਕਰ ਸਕਾਂ। ਜੇ ਘਰ ਵਿੱਚ ਆ ਰਹੇ ਹਾਂ ਤੇ ਅਰਦਾਸ ਕਰੀਏ, ਤੇਰਾ ਦਿੱਤਾ ਹੈ ਸੱਚੇ ਪਾਤਸ਼ਾਹ। ਇਹ ਸ਼ੁਕਰਾਨਾ ਕਰਨ ਦਾ ਇੱਕ ਤਰੀਕਾ ਹੈ। ਸੋ ਕਿਉ ਮਨੋ ਵਿਸਾਰੀਐ ਜਾ ਕੇ ਜੀ ਪ੍ਰਾਣ, ਤਿਸ ਵਿਣ ਸਭ ਅਪਵਿੱਤਰ ਹੈ, ਜੇਤਾ ਪੈਨਣ ਖਾਣ। ਜੇ ਪਰਮਾਤਮਾ ਦੇ ਨਾਮ ਤੋਂ ਬਗੈਰ ਅਸੀਂ ਖਾ ਰਹੇ ਹਾਂ ਪੀ ਰਹੇ ਹਾਂ, ਸ਼ੁਕਰਾਨਾ ਪਰਮਾਤਮਾ ਦਾ ਨਹੀਂ ਕਰਦੇ ਪਏ, ਫਿਰ ਸਾਰਾ ਕੁਝ ਜਿਹੜਾ ਨਾ ਇਹ ਅਪਵਿੱਤਰ ਹੈ, ਇਹ ਖਾਣ ਜੋਗੇ ਨਹੀਂ। ਅਖੀਰਲੀ ਤੁਕ ਵਿੱਚ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪਰਵਾਨ। ਹੇ ਸੱਚੇ ਪਾਤਸ਼ਾਹ, ਹੋਰ ਜਿੰਨੇ ਵੀ ਉਦਮ ਨੇ ਨਾ, ਉਹ ਸਾਰੇ ਵਿਅਰਥ ਨੇ। ਇੱਕ ਤੇਰੇ ਨਾਮ ਜਪਣ ਦਾ ਉਦਮ ਚੰਗਾ ਹੈ। ਜਿੰਨੇ ਵੀ ਅਸੀਂ ਉਦਮ ਕਰਦੇ ਹਾਂ, ਸਾਰੇ ਬੇਕਾਰ ਵਿਅਰਥ, ਕਿਸੇ ਕੰਮ ਦੇ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਬੰਦਾ ਉਦਮ ਕਰਦਾ, ਉਪਰਾਲੇ ਕਰਦਾ ਹੈ, ਪਰ ਸਭ ਤੋਂ ਚੰਗਾ ਜਿਹੜਾ ਉਪਰਾਲਾ ਹੈ ਨਾ, ਉਹ ਹੈ ਪਰਮਾਤਮਾ ਦਾ ਨਾਮ ਜਪਣ ਦਾ। ਜਿਸ ਉਦਮ ਦੇ ਰਾਹੀਂ ਬੰਦਾ ਇਸ ਸੰਸਾਰ ਸਾਗਰ ਤੋਂ ਪਾਰ ਲੰਘਦਾ ਹੈ। ਪਾਤਸ਼ਾਹ ਕਹਿੰਦੇ ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੁੱਝੈ ਕੋਏ। ਪਰ ਇਸ ਆਹਰ ਨੂੰ, ਇਸ ਉਦਮ ਨੂੰ ਕੋਈ ਵਿਰਲਾ ਬੰਦਾ ਜਿਹੜਾ ਉਹ ਕਰਦਾ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਜਿੱਥੇ ਅਸੀਂ ਸ਼ਬਦ ਦੀ ਵਿਚਾਰ ਸੁਣੀ ਹੈ ਨਾ, ਉੱਥੇ ਸ਼ਬਦ ਦੀ ਵਿਚਾਰ ਨੂੰ ਹਿਰਦੇ ਦੇ ਅੰਦਰ ਟਿਕਾਈਏ, ਤਾਂ ਕਰਕੇ ਸਾਡਾ ਇਹ ਜੀਵਨ ਜਿਹੜਾ ਇਹ ਸਫਲਾ ਹੋ ਸਕੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਧੰਨ ਸਤਿਗੁਰੂ
ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਕਿਰਪਾ ਕਰਕੇ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਵਾਈ। ਅਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭੁੱਲਾਂ ਚੁੱਕਾਂ ਦੀ ਮੁਆਫੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।